ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ ਜੀ, ਇਹਦੇ ਵਿੱਚ ਆਪਾਂ ਕਿਸੇ ਵੀ ਸਰਕਾਰੀ ਅਦਾਰੇ ਤੋਂ ਔਰ ਕਿਸੇ ਵੀ ਜਿਹੜਾ ਸਰਕਾਰੀ ਸਹਾਇਤਾ ਪ੍ਰਾਪਤ ਅਦਾਰੇ ਤੋਂ ਆਪਾਂ ਜਾਣਕਾਰੀ ਮੰਗ ਸਕਦੇ ਹਾਂ, ਕੋਈ ਇਨਫੋਰਮੇਸ਼ਨ ਮੰਗ ਸਕਦੇ ਹਾਂ, ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਜਾਣਕਾਰੀ ਜਿਹੜੀ ਨਿੱਜੀ ਨਾ ਹੋਵੇ, ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਨਾ ਹੋਵੇ, ਆਪਾਂ ਮੰਗ ਸਕਦੇ ਹਾਂ। ਅਸੀਂ ਨਿਰਮਾਣ ਅਧੀਨ ਉਹ ਸਟੇਡੀਅਮ ਸੀਗਾ ਜੀ, ਨਿਰਮਾਣ ਅਧੀਨ ਉਹਦਾ ਇੱਕ ਲੈਂਟਰ, ਬਟ ਉਹ ਸਟੇਡੀਅਮ ਏਦਾਂ ਨਾ ਹੋਵੇ ਕਿ ਉੱਥੇ ਕੋਈ ਪ੍ਰੋਗਰਾਮ ਚੱਲਦਾ ਹੋਵੇ ਤੇ ਲੈਂਟਰ ਡਿੱਗ ਬੱਚੇ ਜਾਂਦੇ ਆ ਜੀ, ਉੱਥੇ ਕੁਛ ਵੀ ਹੋ ਸਕਦਾ ਜੀ ਉੱਥੇ। ਹੁਣ ਦੇਖੋ ਜੀ 60 ਲੱਖ ਸਾਡੀ ਟੈਕਸ ਪੇਅਰ ਦੀ ਜਿਹੜੀ ਮਨੀ ਆ, ਉਹ ਨਗਰ ਕੌਂਸਲ ਨੇ ਉਹਦੀਆਂ ਪੱਕੀਆਂ ਰੱਖ ਕਿ ਵੀ ਇਸ ਪਾਰਕ ਦਾ ਨਾਮ ਪਹਿਲਾਂ ਗਗਨ ਸਰਜੀਤ ਪਾਰਕ ਹੋਊਗਾ, ਸ਼ਹੀਦਾਂ ਦੇ ਨਾਮ ਤੇ ਹੋਊਗਾ। ਬਟ 2019 ਤੋਂ ਲੈ ਕੇ ਡੇਢ ਅਜੇ ਤੱਕ ਪਰ ਉਹੀ ਜਿਹੜਾ ਪਾਰਕ ਸੋ ਕਾਲਡ ਨਾਂ ਜਿਹੜਾ ਪਹਿਲਾਂ ਹੀ ਚੱਲ ਰਿਹਾ, ਜੋ ਕਿ ਐਂਟੀ ਕਾਨੂੰਨ ਹੈ, ਐਂਟੀ ਲਾ ਹੈ। ਜਦ ਤੁਸੀਂ ਮਤਾ ਪਾ ਚੁੱਕੇ ਹੋ, ਤੁਸੀਂ ਨਾਮ ਕਿਉਂ ਨਹੀਂ ਚੇਂਜ ਕਰਦੇ? ਤੇ ਕਹ ਲਓ ਇਹਨਾਂ ਦੀ ਇੱਕ ਬੇਵਕੂਫਾਨਾ ਹਰਕਤ ਆ ਨਗਰ ਕੌਂਸਲ ਦੀ ਜੀ। ਆਪਾਂ ਨੂੰ ਨੈਕਸਟ ਦੇਖਣਾ ਪੈਣਾ ਕਿ ਪੈਸਾ ਜਾ ਕੇ ਪੂਰੀ ਟੈਕਸ ਵਿੱਚ ਜਾਣਾ ਪੈਣਾ। ਕੀ ਕੋਈ ਬੇਨਾਮੀ ਟ੍ਰਾਂਜੈਕਸ਼ਨਸ ਨਹੀਂ ਹੋਣੀਆਂ, ਕੀ ਕੋਈ ਅਫਸਰ ਲੌਬੀ ਕਰ ਰਹੀ ਹੈ, ਕੀ ਕਿਤੇ ਸਾਡੇ ਐਮਸੀ ਸਾਹਿਬ ਕਰ ਰਹੇ, ਇਹ ਚੀਜ਼ਾਂ ਸਾਰੀਆਂ ਜਾਂਚ ਦਾ ਵਿਸ਼ਾ ਹੈ। ਦੇਖੋ ਜੀ ਸ਼ਹਿਰ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਨਾ ਇਸ ਟਾਈਮ ਸਭ ਤੋਂ ਬਰਨਿੰਗ ਇਸ਼ੂ, ਸਰਕਾਰਾਂ ਬਦਲ ਜਾਂਦੀਆਂ ਜੀ, ਇਹ ਇਸ਼ੂ ਸਟਿਲ ਉੱਥੇ ਦਾ ਉੱਥੇ। ਪਰ ਮੋਸਟ ਆਫ ਦਾ ਜਿਹੜੀਆਂ NGOs ਨਾ ਜੀ, ਉਹ ਸਿਰਫ ਫੋਟੋ ਕਲਚਰ ਹੈ ਜੀ। ਸਿਵਲ ਹਸਪੀਟਲ ਜਾਣਾ ਹੈ, ਆਪਾਂ ਇੱਕ ਗਲਾਸ ਦੁੱਧ ਦਾ ਲੈਣਾ ਹੈ ਤੇ ਆਪਾਂ ਇੱਕ ਰੋਗੀ ਨੂੰ ਪਿਆਉਂਦੇ ਹਾਂ ਤਾਂ ਆਪਾਂ ਸਾਰੇ ਸ਼ਹਿਰ ਦੇ ਵਿੱਚ ਉਸ ਚੀਜ਼ ਦੀ ਮੁਨਾਦੀ ਕਰਾਉਣੀ ਹੈ ਕਿ ਵੀ ਮੈਂ ਪਤਾ ਨਹੀਂ ਕੀ ਕੀਤਾ। ਔਰ ਬੜਾ ਉੱਥੇ ਫੋਟੋਆਂ ਖਿਚਾਈਆਂ ਗਈਆਂ ਜਾ ਕੇ ਕਿ ਅਸੀਂ ਜੀ ਭਗਵਾਨ ਪਰਸਰਾਮ ਜੀ ਦੇ ਨਾਂ ਤੇ ਚੌਂਕ ਬਣਾ ਰਹੇ ਹਾਂ। ਕਰੀਬ ਸਾਲ ਸਵਾ ਸਾਲ ਹੋ ਗਿਆ ਉਸ ਬੰਦੇ ਇੱਕ ਟਿਕਟ ਨਹੀਂ ਲੱਗੀ। 18-19 ਲੱਖ ਰੁਪਇਆ ਜਿਹੜਾ ਮਤੇ ਦੇ ਵਿੱਚ ਲਿਖਿਆ ਹੋਇਆ, ਉੱਥੇ ਇੱਕ ਤੁਸੀਂ ਇੱਕ 11-12 ਸਾਲ ਦਾ ਕੋਈ ਬੱਚਾ ਵੀ ਸ਼ਹਿਰ ਦੇ ਵਿੱਚ, ਉਹ ਵੀ ਤੁਹਾਨੂੰ ਸ਼ਾਇਦ ਆਪਣੇ ਨਾਲੋਂ ਜ਼ਿਆਦਾ ਦੱਸ ਸਕਦਾ ਕਿ ਆਹ ਜਿਹੜੀ ਗਲੀ ਹੈ ਨਾ ਬਾਰ ਬਾਰ ਬਣਾਈ ਜਾਂਦੇ ਆ, ਇਹਦੇ ਵਿੱਚ ਕੋਈ ਹੈ ਕਰਪਸ਼ਨ ਹੈ। ਜੀ ਵਿਸ਼ਵ ਬਾਣੀ ਚੈਨਲ ਦੇਖਦੇ ਹੋਏ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਐਂਕਰ ਵਿਕਾਸ ਮੋਂਗੀਆ, ਵਿਸ਼ਵ ਬਾਣੀ ਹੱਕ ਅਤੇ ਸੱਚ ਦੀ ਆਵਾਜ਼। ਸੋ ਸਾਡੇ ਇਸ ਚੈਨਲ ਦੇ ਜ਼ਰੀਏ ਤੁਹਾਡੇ ਤੱਕ ਬਹੁਤ ਵਧੀਆ ਮਨੋਰੰਜਨ ਪਹੁੰਚਦਾ ਪਿਆ, ਬਹੁਤ ਵਧੀਆ ਜਾਣਕਾਰੀ ਪਹੁੰਚਦੀ ਪਈ ਹੈ। ਤੁਹਾਡੇ ਬਹੁਤ ਸਾਰੇ ਕਮੈਂਟਸ, ਬਹੁਤ ਸਾਰੇ ਕੰਪਲੀਮੈਂਟਸ ਅਸੀਂ ਪੜ੍ਹਦੇ ਪਏ ਹਾਂ, ਬਹੁਤ ਵਧੀਆ ਪਿਆਰ ਮੁਹੱਬਤ ਤੁਹਾਡੇ ਵੱਲੋਂ ਮਿਲਦਾ ਪਿਆ, ਉਹਦੇ ਲਈ ਬਹੁਤ ਸ਼ੁਕਰੀਆ ਵਿਸ਼ਵ ਬਾਣੀ ਦੀ ਪੂਰੀ ਟੀਮ ਵੱਲੋਂ। ਸਾਡਾ ਇਹ ਸ਼ੋਅ ਕੁਝ ਤੇਰੀਆਂ ਕੁਝ ਮੇਰੀਆਂ, ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਪਏ ਹੋ। ਸੋ ਅਸੀਂ ਵੱਖਰੀਆਂ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੀ ਇਸ ਸ਼ੋਅ ਦੇ ਜ਼ਰੀਏ, ਔਰ ਇਸ ਸ਼ੋਅ ਦੇ ਵਿੱਚ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਕੁਝ ਮਿੱਠੇ ਕੁਝ ਕੌੜੇ ਪਲ ਉਹਨਾਂ ਦੀ ਜ਼ਿੰਦਗੀ ਦੇ। ਸੋ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਸ਼ੋਅ ਦੇ ਜ਼ਰੀਏ, ਔਰ ਉਮੀਦ ਕਰਦੇ ਹਾਂ ਵੀ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ, ਅੱਜ ਕੁਝ ਤੇਰੀਆਂ ਕੁਝ ਮੇਰੀਆਂ ਸ਼ੋਅ ਦੇ ਵਿੱਚ ਜਿਸ ਸ਼ਖਸੀਅਤ ਦੇ ਕੋਲ ਮੈਂ ਬੈਠਾ, ਯਕੀਨ ਮੰਨਿਓ ਉਹਨਾਂ ਦੇ ਕੋਲ ਬੈਠ ਕੇ ਬਹੁਤ ਇੱਕ ਪ੍ਰਾਊਡ ਫੀਲ ਹੋ ਰਿਹਾ, ਕਿਉਂਕਿ ਉਹ ਬਹੁਤ ਹੀ ਐਕਟਿਵ ਸੋਸ਼ਲ ਵਰਕਰ ਨੇ। ਮੈਂ ਐਕਟਿਵ ਸੋਸ਼ਲ ਵਰਕਰ ਇਸ ਕਰਕੇ ਕਿਹਾ ਕਿਉਂਕਿ ਨਕੋਦਰ ਸ਼ਹਿਰ ਦੇ ਵਿੱਚ ਹਮੇਸ਼ਾ ਉਹ ਕਿਸੇ ਨਾ ਕਿਸੇ ਇਸ਼ੂ ਨੂੰ ਲੈ ਕੇ ਨਜ਼ਰ ਆਉਂਦੇ ਰਹਿੰਦੇ ਨੇ, ਔਰ ਬਤੌਰ ਐਡਵੋਕੇਟ ਉਹ ਆਪਣੀਆਂ ਸੇਵਾਵਾਂ ਵੀ ਦੇ ਰਹੇ ਨੇ ਨਕੋਦਰ ਸ਼ਹਿਰ ਦੇ ਵਿੱਚ। ਸੋ ਤੁਹਾਡੀ ਔਰ ਮੇਰੀ ਮੁਲਾਕਾਤ ਹੋਏਗੀ ਅੱਜ ਐਡਵੋਕੇਟ ਜਗਦੀਪ ਸਿੰਘ ਮਾਨ ਹੋਰਾਂ ਦੇ ਨਾਲ। ਸੋ ਫਿਰ ਮੁਲਾਕਾਤ ਕਰੀਏ ਔਰ ਜੀ ਆਇਆਂ ਨੂੰ ਕਹੀਏ ਐਡਵੋਕੇਟ ਜਗਦੀਪ ਸਿੰਘ ਮਾਨ ਜੀ ਨੂੰ ਕੁਝ ਤੇਰੀਆਂ ਕੁਝ ਮੇਰੀਆਂ ਦੇ ਵਿੱਚ। ਜੀ ਆਇਆਂ ਨੂੰ ਭਾਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਵਿਕਾਸ ਜੀ। ਪਹਿਲਾਂ ਤਾਂ ਵਿਕਾਸ ਜੀ ਬਹੁਤ ਤੁਹਾਡਾ ਧੰਨਵਾਦ, ਜੀ ਆਇਆਂ ਨੂੰ ਤੁਹਾਨੂੰ। ਥੈਂਕ ਯੂ। ਔਰ ਸਾਡੇ ਲਈ ਬੜੀ ਇੱਕ ਸ਼ਹਿਰ ਵਾਸੀਆਂ ਦੀ ਮਾਣ ਦੀ ਗੱਲ ਆ, ਤੁਸੀਂ ਉਹ ਸੈਟਲਾਈਟ ਚੈਨਲ ਹਾਈਲਾਈਟਡ ਜਿਹੜੇ ਪ੍ਰੋਗਰਾਮ ਆ ਜਿਨ੍ਹਾਂ ਦੀ TRP ਬਹੁਤ ਜ਼ਿਆਦਾ, ਉਹਨਾਂ ਮੰਚਾਂ ਤੇ ਜਾ ਕੇ ਸਾਡੇ ਸ਼ਹਿਰ ਦੀ ਪੰਜਾਬ ਦੀ ਨੁਮਾਇੰਦਗੀ ਕੀਤੀ। ਅਸੀਂ ਸਗੋਂ ਤੁਹਾਡੇ ਬੜੇ ਧੰਨਵਾਦੀ ਆ ਕਿ ਤੁਸੀਂ ਇਹੋ ਜਿਹੇ ਫਨਕਾਰ ਹੋ ਕਿ ਜਿਹੜਾ ਉਹਨਾਂ ਮੰਚਾਂ ਤੇ ਜਾ ਕੇ ਸਾਡੀ ਨੁਮਾਇੰਦਗੀ ਕਰ ਰਹੇ ਹੋ। ਥੈਂਕ ਯੂ ਸੋ ਮਚ ਭਾਜੀ, ਕਿਉਂਕਿ ਅੱਜ ਸਾਡਾ ਵਿਸ਼ਵ ਬਾਣੀ ਜਿਹੜਾ ਚੈਨਲ ਹੈ ਨਾ, ਇਹਦੀ ਜਿਹੜੀ ਸਲੋਗਨ ਹੈ ਹੱਕ ਅਤੇ ਸੱਚ ਦੀ ਆਵਾਜ਼, ਮੈਨੂੰ ਲੱਗਦਾ ਤੁਹਾਡਾ ਸਲੋਗਨ ਵੀ ਇਹੀ ਹੈ, ਹੱਕ ਅਤੇ ਸੱਚ ਦੀ ਆਵਾਜ਼। ਜੀ ਬਿਲਕੁਲ ਜੀ, ਤੁਸੀਂ ਵੀ ਇਹੀ ਆਵਾਜ਼ ਬੁਲੰਦ ਕਰਦੇ ਹੋ। ਜੀ ਬਿਲਕੁਲ ਜੀ, ਬਿਲਕੁਲ ਜੀ। ਸੋ ਦਰਸ਼ਕਾਂ ਨੂੰ ਮੈਂ ਦੱਸ ਚੁੱਕਾ ਆਲਰੇਡੀ, ਤੁਸੀਂ ਇੱਕ ਸੋਸ਼ਲ ਵਰਕਰ ਹੋ। ਮੇਰੀ ਜ਼ੁਬਾਨ ਦੇ ਉੱਪਰ ਜਿਹੜਾ ਸੋਸ਼ਲ ਵਰਕਰ ਇਹ ਵਰਡ ਪਹਿਲਾਂ ਆਇਆ, ਐਡਵੋਕੇਟ ਬਾਅਦ ਵਿੱਚ ਆਇਆ। ਤੁਸੀਂ ਆਪਣੇ ਆਪ ਨੂੰ ਪਹਿਲਾਂ ਕਿੱਥੇ ਪ੍ਰੂਵ ਕਰਨਾ ਚਾਹੁੰਦੇ ਹੋ ਵੀ ਤੁਸੀਂ ਐਡਵੋਕੇਟ ਵਧੀਆ ਹੋ ਜਾਂ ਸੋਸ਼ਲ ਵਰਕਰ ਵਧੀਆ? ਮੈਂ ਵਿਕਾਸ ਜੀ ਇਹ ਕਹੂੰਗਾ ਕਿ ਪਹਿਲਾਂ ਮੈਂ ਐਜ਼ ਏ ਵਕੀਲ ਕਾਫੀ ਦੇਰ ਪ੍ਰੈਕਟਿਸ, ਮੈਨੂੰ ਕਰੀਬ 10-11 ਸਾਲ ਹੋ ਚੱਲੇ ਆ ਜੀ ਪ੍ਰੈਕਟਿਸ ਕਰਦੇ ਨੂੰ। ਤੇ ਫਿਰ ਜਦੋਂ ਸਮਾਜ ਦੇ ਵਿੱਚ ਵਿਚਰੇ ਆ ਜੀ, ਸਮਾਜ ਦੇ ਵਿੱਚ ਅਫਸਰਸ਼ਾਹੀ ਦੇਖੀ ਆ ਜੀ, ਦਫ਼ਤਰਸ਼ਾਹੀ ਦੇਖੀ ਆ, ਉਦੋਂ ਫਿਰ ਥੋੜੇ ਟਰਨ ਹੋ ਗਏ, ਲਾਈਫ ਟਰਨ ਹੋ ਗਈ ਆ, ਕਹਿ ਸਕਦੇ ਤੁਸੀਂ ਸੋਸ਼ਲ ਐਕਟਿਵਿਸਟ ਨੂੰ, ਆਰਟੀ ਐਕਟਿਵਿਸਟ ਨੂੰ। ਓਕੇ। ਤੇ ਕੁਝ ਨਿੱਜੀ ਕਾਰਨ ਵੀ ਹੋ ਜਾਂਦੇ ਆ ਜੀ, ਤੇ ਉਹਦੀ ਵਜ੍ਹਾ ਨਾਲ ਮੈਂ ਐਡਵੋਕੇਟ ਤੋਂ ਸੋਸ਼ਲ ਐਕਟਿਵਿਸਟ ਵਾਲੇ ਪਾਸੇ ਨੂੰ ਤੁਰ ਪਿਆ ਜੀ। ਵੈਰੀ ਗੁੱਡ।
ਅੱਛਾ ਮਾਨ ਸਾਹਿਬ, ਮੈਂ ਤੁਹਾਡੇ ਆਫਿਸ ਦੇ ਵਿੱਚ ਆ ਜਿਹੜੀਆਂ ਲਾਅ ਦੀਆਂ ਬੁੱਕਸ ਆ ਮੈਂ ਦੇਖਦਾ ਪਿਆ, ਬਹੁਤ ਵੱਡੀਆਂ ਵੱਡੀਆਂ ਬੁੱਕਸ ਆ ਜੀ। ਤੇ ਇਹ ਇਸ ਬੁੱਕਸ ਤੋਂ ਯਾਦ ਆਇਆ ਮੈਨੂੰ ਤੁਹਾਡਾ ਸਕੂਲ ਕਾਲਜ ਜੀ। ਤੇ ਉਹਦੇ ਬਾਰੇ ਵੀ ਜ਼ਰੂਰ ਜਾਣਨਾ ਪਾਓ। ਦੇਖੋ ਵਿਕਾਸ ਜੀ, ਮੈਂ ਇੱਥੇ ਨਿਊ ਜਨਤਾ ਸਕੂਲ ਤੋਂ ਮੈਂ +2 ਕੀਤੀ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਮੈਂ ਡੀਏਵੀ ਕਾਲਜ ਚਲ ਗਿਆ ਜੀ। ਡੀਏਵੀ ਕਾਲਜ ਨਕੋਦਰ ਤੋਂ ਮੈਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਜੀ। ਤੇ ਆਫਟਰਵਰਡਸ ਫਿਰ ਮੈਂ ਖਾਲਸਾ ਕਾਲਜ ਚਲ ਗਿਆ ਜੀ, ਉੱਥੋਂ ਮੈਂ ਐਲਐਲਬੀ ਕੀਤੀ ਜੀ। ਓਕੇ, ਫਿਰ ਉਸ ਤੋਂ ਬਾਅਦ ਤੁਸੀਂ ਫਰਦਰ ਫਿਰ ਮੈਂ ਪ੍ਰੈਕਟਿਸ ਦੇ ਵਿੱਚ ਆ ਗਿਆ ਜੀ। ਓਕੇ, ਫਿਰ ਮੇਰੀ ਪ੍ਰੈਕਟਿਸ ਜਿਹੜੀ ਆ ਕੰਟੀਨਿਊ ਹੁੰਦੀ ਰਹੀ। ਤੇ ਆਹ ਮੇਰੀ ਸਟੱਡੀ ਆ ਜੀ, ਆਲਮਾ ਮੈਟਰ ਜਿਹਨੂੰ ਆਪਾਂ ਕਹਿ ਸਕਦੇ ਆ ਜੀ ਜੀ ਜੀ। ਤੇ ਇੱਥੇ ਮੇਰੀ ਜ਼ਿਆਦਾ ਜ਼ਿੰਦਗੀ ਜਿਹੜੀ ਆ ਇੱਥੇ ਸ਼ਹਿਰ ਵਿੱਚ ਨਿਕਲੀ। ਕੀ ਬਾਤ ਹੈ। ਕਿਉਂਕਿ ਨਕੋਦਰ ਸ਼ਹਿਰ ਦੇ ਵਸਨੀਕ ਨੇ ਐਡਵੋਕੇਟ ਜਗਦੀਪ ਸਿੰਘ ਮਾਨ ਜੀ, ਕਿਉਂਕਿ ਨਕੋਦਰ ਸ਼ਹਿਰ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਇਹਨਾਂ ਨੇ ਆਵਾਜ਼ ਚੱਕੀ ਹੈ ਔਰ ਹਮੇਸ਼ਾ ਐਕਟਿਵ ਰਹਿੰਦੇ ਨੇ। ਸੋ ਮੈਂ ਵੀ ਅਕਸਰ ਤੁਹਾਨੂੰ ਸੋਸ਼ਲ ਮੀਡੀਆ ਤੇ ਔਰ ਤੁਹਾਡੀਆਂ ਜਿਹੜੀਆਂ ਇਸ਼ੂਜ਼ ਨੇ, ਉਹ ਜਿਹੜੀ ਕਰਾਰੀ ਚੋਟ ਤੁਸੀਂ ਕਰਦੇ ਹੋ, ਉਹ ਮੈਂ ਅਕਸਰ ਦੇਖਦਾ ਰਹਿਣਾ। ਮੈਂ ਵੀ ਕਾਫੀ ਥੋੜਾ ਜਿਹਾ ਇੱਥੇ ਇਹ ਵਿੱਚ ਕੁਝ ਤੁਹਾਨੂੰ ਦੱਸਣਾ ਚਾਹੁੰਦਾ ਜੀ, ਆਪਣੇ ਮੇਰੇ ਪਰਿਵਾਰ ਬਾਰੇ ਕੁਝ ਦੱਸਣਾ ਚਾਹੁੰਦਾ ਜੀ। ਪਲੀਜ਼। ਮੈਂ ਐਡਵੋਕੇਟ ਸੀ ਜੀ, ਪੜ੍ਹ ਲਿਖ ਗਏ ਜੀ, ਵਕੀਲ ਬਣ ਗਏ। ਇੱਕ ਸਾਡਾ ਪਰਿਵਾਰ ਜਿਹੜਾ ਨਾ ਫਰੀडम ਫਾਈਟਰ ਹੈ ਜੀ। ਮੇਰੇ ਬਜ਼ੁਰਗ ਜਿਹੜੇ ਆ, ਮੇਰੇ ਫਾਦਰ ਸਾਹਿਬ ਦੇ ਬਜ਼ੁਰਗ ਜਿਹੜੇ ਆ ਜੀ, ਉਹ 47 ਤੋਂ ਪਹਿਲਾਂ ਜੈਤੋ ਦਾ ਮੋਰਚਾ ਲੱਗਾ ਸੀ ਜੀ। ਉਹਦੇ ਵਿੱਚ ਉਹਨਾਂ ਨੇ ਬਕਾਇਦਾ ਜੇਲ੍ਹ ਵੀ ਕੱਟੀ ਜੀ, ਔਰ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਬਕਾਇਦਾ ਤਾਮਰ ਪੱਤਰ ਮੇਰੇ ਬਜ਼ੁਰਗਾਂ ਨੂੰ ਦਿੱਤਾ। ਉਹ ਇੱਕ ਜੈਨੇਟਿਕਲੀ ਉਹ ਚੀਜ਼ ਆਈ ਤੇ ਸਮਾਜ ਵਿੱਚ ਜਦੋਂ ਦਫ਼ਤਰਾਂ ਦੇ ਵਿੱਚ ਦੇਖਿਆ ਕਿੰਨੀ ਧੱਕੇਸ਼ਾਹੀ ਹੈ, ਉਦੋਂ ਕਿਹਾ ਵੀ ਹੁਣ ਪੜ੍ਹ ਲਿਖ ਕੇ ਕੁਝ ਸਮਾਜ ਨੂੰ ਜਿਹੜੀ ਆ ਵਾਪਸੀ ਵੀ ਕੀਤੀ ਜਾਵੇ ਜੀ। ਇਸ ਕਰਕੇ ਫਿਰ ਜੀ ਮੈਂ ਸੋਸ਼ਲ ਐਕਟਿਵਿਸਟ ਜਿਹੜਾ ਨਾ ਉਸ ਪਾਸੇ ਆਇਆ, ਜਿੱਥੇ ਕਿਤੇ ਕਿਤੇ ਕੋਈ ਗਲਤੀ ਹੁੰਦੀ ਹੈ ਜੀ, ਕੁਝ ਕਿਤੇ ਕੋਈ ਹੋਰ ਕਰਪਸ਼ਨ ਹੁੰਦੀ ਹੈ, ਉੱਥੇ ਵਾਈਟ ਖਾਈਦੀ ਹੈ ਜੀ। ਕੀ ਬਾਤ ਹੈ ਜੀ। ਅੱਛਾ, ਜਿਹੜਾ ਮੁੱਦਾ ਤੁਸੀਂ ਚੱਕਦੇ ਹੋ ਉਹਦੇ ਪਿੱਛੇ ਇੱਕ ਵਰਡ ਆਉਂਦਾ ਆਰਟੀਆਈ ਜੀ, ਰਾਈਟ? ਬਹੁਤ ਸਾਰੇ ਦਰਸ਼ਕਾਂ ਨੂੰ ਆਰਟੀਆਈ ਦੇ ਬਾਰੇ ਨਹੀਂ ਪਤਾ। ਮੈਂ ਚਾਹੁੰਦਾ ਵੀ ਇਹਦੀ ਡੈਫੀਨੇਸ਼ਨ ਪਹਿਲਾਂ ਕਲੀਅਰ ਕਰ ਦਿਓ ਸਰ। ਇਹ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ ਜੀ, ਇਹਦੇ ਵਿੱਚ ਆਪਾਂ ਕਿਸੇ ਵੀ ਸਰਕਾਰੀ ਅਦਾਰੇ ਤੋਂ ਔਰ ਕਿਸੇ ਵੀ ਜਿਹੜਾ ਸਰਕਾਰੀ ਸਹਾਇਤਾ ਪ੍ਰਾਪਤ ਅਦਾਰੇ ਤੋਂ ਆਪਾਂ ਜਾਣਕਾਰੀ ਮੰਗ ਸਕਦੇ ਹਾਂ, ਕੋਈ ਇਨਫੋਰਮੇਸ਼ਨ ਮੰਗ ਸਕਦੇ ਹਾਂ, ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਜਾਣਕਾਰੀ ਜਿਹੜੀ ਨਿੱਜੀ ਨਾ ਹੋਵੇ, ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਨਾ ਹੋਵੇ, ਆਪਾਂ ਮੰਗ ਸਕਦੇ ਹਾਂ। ਓਕੇ, ਕੋਈ ਵੀ ਆਮ ਇਨਸਾਨ ਮੰਗ ਸਕਦਾ? ਕੋਈ ਵੀ ਆਮ ਇਨਸਾਨ ਮੰਗ ਸਕਦਾ, ਕੋਈ ਵੀ ਆਮ ਇਨਸਾਨ। ਓਕੇ, ਉਹ ਕੁਛ ਉਹਦਾ ਪ੍ਰੋਟੋਕੋਲ ਹੁੰਦਾ, ਥੋੜਾ ਜਿਹਾ ਸਮਝਣਾ ਪੈਂਦਾ, ਕੋਈ ਵੀ ਮੰਗ ਸਕਦਾ। ਓਕੇ। ਸੋ ਜੀ, ਅੱਜ ਵਿਸ਼ਵਬਾਣੀ ਦੇ ਸ਼ੋਅ ਕੁਝ ਤੇਰੀਆਂ ਕੁਝ ਮੇਰੀਆਂ ਸ਼ੋਅ ਦੇ ਵਿੱਚ ਐਡਵੋਕੇਟ ਜਗਦੀਪ ਸਿੰਘ ਮਾਨ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਹੈ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਫਰੀडम ਫਾਈਟਰਸ ਦੀ ਫੈਮਿਲੀ ਨੂੰ ਬਿਲੋਂਗ ਕਰਦੇ ਆ। ਸੋ ਵਿਸ਼ਵਬਾਣੀ ਪਹਿਲਾਂ ਤਾਂ ਸਰ ਤੁਹਾਡੀ ਫੈਮਿਲੀ ਨੂੰ ਇੱਕ ਸਲੂਟ ਕਰਦਾ ਜੀ। ਧੰਨਵਾਦ ਜੀ, ਧੰਨਵਾਦ ਜੀ। ਅੱਛਾ ਸਰ, ਜਦੋਂ ਨਕੋਦਰ ਸ਼ਹਿਰ ਦੇ ਮੁੱਦਿਆਂ ਦੀ ਗੱਲ ਕਰੀਏ, ਬਹੁਤ ਸਾਰੇ ਮੁੱਦੇ ਆ ਨਕੋਦਰ ਸ਼ਹਿਰ ਦੇ, ਕਿਉਂਕਿ ਨਕੋਦਰ ਨੇਕੀ ਦਾ ਦਰ ਹੈ, ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਸੋ ਹਰ ਕੋਈ ਚਾਹੁੰਦਾ ਹੈ, ਤੁਸੀਂ ਨਕੋਦਰ ਦੇ ਵਸਨੀਕ ਹੋ, ਮੈਂ ਵੀ ਚਾਹੁੰਦਾ ਬਤੌਰ ਨਕੋਦਰ ਦਾ ਵਸਨੀਕ ਹੋਣ ਦੇ ਨਾਤੇ ਕਿ ਨਕੋਦਰ ਡਿਵੈਲਪ ਹੋਵੇ ਔਰ ਇਹ ਹੋਰ ਤਰੱਕੀਆਂ ਕਰੇ। ਸੋ ਤੁਸੀਂ ਇੱਕ ਵੈਲ ਵਿਸ਼ਰ ਹੋ ਨਕੋਦਰ ਸ਼ਹਿਰ ਦੇ। ਸਰ, ਇੱਕ ਇਸ਼ੂ ਤੁਸੀਂ ਚੱਕਿਆ ਸੀ ਜਿਹੜਾ ਮੈਂ ਬਹੁਤ ਸਟੱਡੀ ਵੀ ਕੀਤਾ ਸੀਗਾ, ਨਕੋਦਰ ਸ਼ਹਿਰ ਦੀ ਆਰਐਸ ਸਕੂਲ ਦੀ ਗਰਾਊਂਡ। ਜੀ ਸਟੇਡੀਅਮ ਵਾਲਾ ਜੀ। ਉਹਦੇ ਉੱਪਰ ਜ਼ਰੂਰ ਚਾਨਣਾ ਪਾਓ। ਮੈਂ ਵਿਕਾਸ ਜੀ ਦੱਸਣਾ ਚਾਹੁੰਦਾ ਤੁਹਾਨੂੰ ਵੀ, ਤੇ ਜਿਹੜੇ ਮੇਰੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਆ ਜੀ, ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦਾ, ਆਰੀਆ ਸਕੂਲ ਦੀ ਗਰਾਊਂਡ ਜਾਂ ਆਰੀਆ ਸਕੂਲ ਦੀ ਜਿਹੜੀ ਬੈਕ ਸਾਈਡ ਜਿਹੜੀ ਆ, ਉਹਦੇ ਵਿੱਚ ਇੱਕ ਸਟੇਡੀਅਮ ਜਿਹੜਾ ਨਾ ਪਿਛਲੇ ਕਰੀਬ 1.5 ਸਾਲ ਤੋਂ ਸਟੇਡੀਅਮ ਬਣ ਰਿਹਾ ਜੀ। ਉਹ ਸਟੇਡੀਅਮ ਦਾ ਅੰਦਾਜ਼ਨ ਅਪਰੋਕਸੀਮੇਟਲੀ ਜਿਹੜੀ ਕਾਸਟ 60 ਲੱਖ ਦੇ ਕਰੀਬ ਸੀ। ਓਕੇ। ਅਜੇ ਨਿਰਮਾਣ ਅਧੀਨ ਉਹ ਸਟੇਡੀਅਮ ਸੀਗਾ ਜੀ। ਨਿਰਮਾਣ ਅਧੀਨ ਉਹਦਾ ਇੱਕ ਲੈਂਟਰ ਡਿੱਗ ਜਾਂਦਾ ਜੀ। ਸਾਡੇ ਵੱਲੋਂ, ਕਿਉਂਕਿ ਅਸੀਂ ਇੱਕ ਸ਼ਹਿਰ ਦੇ ਜਾਗਰੂਕ ਸਿਟੀਜ਼ਨ ਆ ਜੀ, ਤੇ ਇੱਕ ਮੇਰਾ ਫਰਜ਼ ਵੀ ਬਣਦਾ ਸੀ ਕਿ ਉਸ ਚੀਜ਼ ਦੀ ਸ਼ਿਕਾਇਤ ਜਾਂ ਮੰਗ ਪੱਤਰ ਦਵਾਇਆ ਜਾਵੇ ਕਿ ਇਹਦੀ ਇਨਕੁਆਇਰੀ ਹੋ। ਅਸੀਂ ਉਹਦਾ ਮੰਗ ਪੱਤਰ ਦਰਜ ਕਰਵਾਇਆ, ਸ਼ਿਕਾਇਤ ਦਰਜ ਕਰਵਾਈ ਕਿ ਭਾਈ ਇਹ ਲੈਂਟਰ ਡਿੱਗ ਗਿਆ, ਇਹਦਾ ਜਿਹੜਾ ਕੰਮ ਕਰਵਾਓ, ਬਟ ਉਹਦਾ ਮਟੀਰੀਅਲ ਦੀ ਜਾਂਚ ਹੋਈ। ਅਸੀਂ ਲੱਗੇ ਰਹੇ ਜੀ, ਸਾਲ 1.5 ਸਾਲ ਸਾਨੂੰ ਸੰਘਰਸ਼ ਕਰਦਿਆਂ ਨੂੰ ਹੋ ਗਿਆ। ਉਹਦੇ ਵਿੱਚ ਬੜੀਆਂ ਚੀਜ਼ਾਂ ਸਾਹਮਣੇ ਆਈਆਂ ਜੀ। 60 ਲੱਖ ਦਾ ਉਹ ਪ੍ਰੋਜੈਕਟ ਹੈ ਜੀ। ਹਾਫ ਆਫ ਦਾ ਕਾਸਟ ਜਿਹੜੀ ਹੈ ਨਾ ਉਸ ਸਟੇਡੀਅਮ ਦੀ, ਤਕਰੀਬਨ 30 ਤੋਂ 34 ਲੱਖ ਰੁਪਈਆ ਉਸ ਕੰਟਰੈਕਟਰ ਨੂੰ ਪੇਡ ਹੋ ਚੁੱਕਾ ਹੈ ਨਗਰ ਕੌਂਸਲ ਵੱਲੋਂ। ਹੁਣ ਦੇਖੋ ਜੀ, 60 ਲੱਖ ਸਾਡੀ ਟੈਕਸ ਪੇ ਦੀ ਜਿਹੜੀ ਮਨੀ ਆ, ਉਹ ਨਗਰ ਕੌਂਸਲ ਨੇ ਉਹਦੀਆਂ ਫੱਕੀਆਂ ਉਡਾਤੀਆਂ। ਹੁਣ ਕੀ ਆ ਜੀ, ਨਾ ਉੱਥੇ ਕੰਮ ਚੱਲਦਾ ਪਿਆ ਐਟ ਦਿਸ ਸਟੇਜ। ਇਹਨਾਂ ਨੇ ਇਹ ਗੱਲ ਨਗਰ ਕੌਂਸਲ ਵੱਲੋਂ ਇਹ ਕਹੀ ਜਾ ਰਹੀ ਕਿ ਅਜੇ ਤਾਂ ਇਨਕੁਆਇਰੀਆਂ ਚੱਲਦੀਆਂ ਜੀ, ਅਸੀਂ ਕੰਮ ਨਹੀਂ ਸ਼ੁਰੂ ਕਰਵਾ ਸਕਦੇ, ਕੰਮ ਬਿਲਕੁਲ ਬੰਦ ਪਿਆ ਹੋਇਆ ਜੀ। ਲੋਕਾਂ ਨੂੰ ਉੱਥੇ ਬੜੀ ਅਸੁਵਿਧਾ ਹੈ, ਬੜੀ ਇਨਕਨਵੀਨੀਅੰਸ ਹੈ ਜੀ ਉਹਦੇ ਵਿੱਚ। ਸੈਕੰਡਲੀ, ਉਸ ਸਾਰੇ ਸਟੇਡੀਅਮ ਦਾ ਕੋਈ ਵੀ ਟਿਲ ਡੇਟ ਕੋਈ ਮੈਪ, ਕੋਈ ਪਲਾਨ ਬਣਿਆ ਹੀ ਨਹੀਂ, ਕੋਈ ਲੇਆਊਟ ਨਹੀਂ, ਕੁਝ ਵੀ ਹੈ ਨਹੀਂ ਜੀ। ਟੋਟਲੀ ਉਹਨੂੰ ਕਹਿ ਸਕਦੇ ਕਿ ਅਨਆਥੋਰਾਈਜ਼ਡ ਆ।
ਇੱਕ ਸ਼ਹਿਰ ਦੇ ਵਾਸੀ ਨੇ ਵੀ ਘਰ ਬਣਾਉਣਾ ਨਾ ਜੀ, ਹਾਂਜੀ। ਉਹਨੂੰ ਪਹਿਲਾਂ ਨਕਸ਼ਾ ਪਾਸ ਕਰਾਉਣਾ ਪੈਂਦਾ। ਬਿਲਕੁਲ, ਬਿਲਕੁਲ। ਉਹਨੂੰ ਦੱਸਣਾ ਪੈਂਦਾ ਕਿ ਤੇਰੇ ਵਾਸ਼ਰੂਮ ਕਿੱਥੇ ਆ, ਤੇਰਾ ਬੈਡਰੂਮ ਕਿੱਥੇ ਆ, ਲੌਬੀ ਕਿੱਥੇ ਆ, ਕਿੰਨੇ ਸਕੁਅਰ ਫੁੱਟ ਜਗ੍ਹਾ। ਇਸ ਸਟੇਡੀਅਮ ਦੇ ਵਿੱਚ ਇਹਨਾਂ ਨੂੰ ਕੁਝ ਨਹੀਂ ਪਤਾ, ਕਿੱਥੇ ਲਾਈਟਾਂ ਲੱਗਣੀਆਂ, ਕਿੱਥੇ ਸਟੇਅਰਸ ਬਣਨੀਆਂ, ਕੁਝ ਵੀ ਨਹੀਂ ਪਤਾ ਜੀ। ਕੋਈ ਮੈਪ ਹੈ ਨਹੀਂ ਜੀ, ਬਾਕੀ ਵਿਦਆਊਟ ਐਨੀ ਪਲੈਨਿੰਗ, ਉਹ ਵਿਦਆਊਟ ਐਨੀ ਪਲੈਨਿੰਗ ਜੀ। ਉਹ ਸਾਡਾ ਜਿਹੜੇ ਆਪਾਂ ਸਾਰੇ ਜਿਹੜੇ ਆ ਟੈਕਸ ਪੇ ਆ ਜੀ, ਆਪਣਾ ਸਾਰਿਆਂ ਦਾ ਜਿਹੜੀ ਮਨੀ ਹੈ ਨਾ ਵੇਸਟ ਹੋ ਰਹੀ ਜੀ। ਅੱਛਾ, ਜਿਹੜੀ ਲੈਂਟਰ ਡਿੱਗਣ ਦੀ ਤੁਸੀਂ ਗੱਲ ਕੀਤੀ ਹੈ, ਉਹ ਲੈਂਟਰ ਜਿੱਥੇ ਸਟੇਡੀਅਮ ਦੇ ਵਿੱਚ ਆਡੀਅנס ਬੈਠਦੀ ਹੈ, ਬਿਲਕੁਲ ਜਿੱਥੇ ਆਡੀਅנס ਬੈਠਦੀ ਹੈ ਨਾ ਜੀ, ਉਹ ਸਟੇਅਰਸ ਦੇ ਬਿਲਕੁਲ ਹੇਠਾਂ ਵਾਲੇ ਪਾਸੇ ਇੱਕ ਲੈਂਟਰ ਹੈ ਜੀ। ਉਹ ਲੈਂਟਰ ਨਿਰਮਾਣ ਅਧੀਨ ਹੀ ਡਿੱਗ ਜਾਂਦਾ। ਕੰਸਟਰਕਸ਼ਨ ਚੱਲਣ ਡਈ ਹੈ ਜੀ, ਨਿਰਮਾਣ ਅਧੀਨ ਉਹ ਲੈਂਟਰ ਡਿੱਗ ਜਾਂਦਾ। ਹੁਣ ਮੈਂ ਇੱਕ ਸਵਾਲ ਕਰਦਾ ਜੀ, ਆਪਾਂ ਸਾਰਿਆਂ ਨੇ ਉਸ ਗਰਾਊਂਡ ਦੇ ਵਿੱਚ ਆਪਾਂ ਸਾਰਿਆਂ ਨੇ 15 ਅਗਸਤ 26 ਜਨਵਰੀ ਦੇ ਬੜੇ ਫੰਕਸ਼ਨ ਦੇਖੇ ਆ, ਆਪਾਂ ਸਾਰੇ ਖੇਡੇ ਵੀ ਉੱਥੇ ਜੀ, ਆਪਣੇ ਸਾਰਿਆਂ ਦਾ ਬਚਪਨ ਹੈ ਉੱਥੇ। ਅਸੀਂ ਵੀ ਕਹਿੰਦੇ ਸਟੇਡੀਅਮ ਬਣੇ ਜੀ, ਬਣਨਾ ਚਾਹੀਦਾ, ਬਟ ਉਹ ਸਟੇਡੀਅਮ ਏਦਾਂ ਨਾ ਹੋਵੇ ਕਿ ਉੱਥੇ ਕੋਈ ਪ੍ਰੋਗਰਾਮ ਚੱਲਦਾ ਹੋਵੇ ਤੇ ਲੈਂਟਰ ਡਿੱਗ ਜਾਵੇ, ਬੱਚੇ ਜਾਂਦੇ ਆ ਜੀ ਉੱਥੇ, ਕੁਝ ਵੀ ਹੋ ਸਕਦਾ ਜੀ ਉੱਥੇ। ਕੰਮ ਕਰਨ, ਪਰ ਕੰਮ ਜਿਹੜਾ ਜੀ ਉਹ ਕਿਸੇ ਕਾਇਦੇ ਨਾਲ, ਕਿਸੇ ਕਾਨੂੰਨ ਨਾਲ ਕਰਨ। ਅੱਛਾ, ਜਿਹੜੀ ਤੁਸੀਂ ਆਵਾਜ਼ ਚੱਕੀ ਆ ਉਸ ਤੋਂ ਬਾਅਦ ਬਿਲਕੁਲ ਸਾਇਲੈਂਟ ਹੈ। ਉਦੋਂ ਬਾਅਦ ਜੀ ਇਹਨਾਂ ਨੇ ਠੇਕੇਦਾਰ ਜਿਹੜਾ ਕੰਟਰੈਕਟਰ ਆ ਉਹਦੀ ਪੇਮੈਂਟ ਟੋਟਲੀ ਬੰਦ ਕਰ ਦਿੱਤੀ ਜੀ। ਅੱਜ ਦੀ ਡੇਟ 'ਚ ਉੱਥੇ ਕੰਮ ਵੀ ਬੰਦ ਆ। ਬਟ ਮੈਂ ਇਹ ਕਹਿੰਦਾ ਜੀ, ਕੰਮ ਬੰਦ ਕਰਨਾ ਕੋਈ ਸੋਲੂਸ਼ਨ ਨਹੀਂ ਹੈਗਾ। ਤੁਸੀਂ ਜਲਦ ਤੋਂ ਜਲਦ ਉਹਦੀ ਜਾਂਚ ਸ਼ੁਰੂ ਕਰੋ। ਇਨ ਕੇਸ ਤੁਸੀਂ ਜਾਂਚ ਜਿਹੜੀ ਆ ਨਹੀਂ ਕੰਪਲੀਟ ਕਰ ਸਕਦੇ ਜਲਦੀ, ਤਾਂ ਐਟਲੀਸਟ ਫॉर द टाइम बीइंग ਕੰਮ ਤਾਂ ਕੰਟੀਨਿਊ ਕਰੋ ਜੀ ਉੱਥੇ। ਉਹ ਤਾਂ ਸਾਡਾ ਪ੍ਰੋਜੈਕਟ ਹੀ ਲੈਸ ਹੋ ਜਾਣਾ। 60 ਲੱਖ ਰੁਪਏ ਦਾ ਸਾਡਾ ਜਿਹੜਾ ਪ੍ਰੋਜੈਕਟ, ਡ੍ਰੀਮ ਪ੍ਰੋਜੈਕਟ ਹੈ ਨਕੋਦਰ ਦਾ, ਕੋਈ ਸਟੇਡੀਅਮ ਹੈ ਹੀ ਨਹੀਂ ਸਾਡੇ ਸ਼ਹਿਰ ਦੇ, ਉਹ ਤਾਂ ਲੈਸ ਹੋ ਜਾਣਾ। ਜਦਕਿ ਇਦਾਂ ਦੇ ਸਟੇਡੀਅਮ ਦੀ ਬਹੁਤ ਜ਼ਰੂਰਤ ਹੈ ਸਾਨੂੰ, ਬਹੁਤ ਜ਼ਰੂਰਤ ਆ ਜੀ ਸਾਨੂੰ ਜੀ। ਬਿਲਕੁਲ, ਉਹ ਤਾਂ ਲੈਸ ਹੋ ਜਾਣਾ ਸਾਡਾ ਸਟੇਡੀਅਮ। ਔਰ ਅੱਜ ਵੀ ਖੁਸ਼ੀ ਹੁੰਦੀ ਹੈ ਉੱਥੇ ਜਾ ਕੇ, ਔਰ ਜਿੰਨਾ ਵੀ ਉਹਨਾਂ ਨੇ ਇੰਪਰੂਵਮੈਂਟ ਕੀਤੀ ਹੈ ਜੀ। ਸੋ ਫਿਜ਼ੀਕਲ ਐਕਟੀਵਿਟੀ ਬੱਚੇ ਬਹੁਤ ਐਕਟਿਵ ਜੀ। ਬਿਲਕੁਲ ਜੀ, ਬਿਲਕੁਲ ਤੁਹਾਡੀ ਨਾਲ ਗੱਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਅੱਛਾ ਸਰ, ਇੱਕ ਨਕੋਦਰ ਸ਼ਹਿਰ ਦੇ ਵਿੱਚ ਇੱਕ ਹੋਰ ਪਾਰਕ ਹੈ, ਗਗਨ ਪਾਰਕ ਜੀ। ਹਾਂਜੀ, ਸੋ ਉਹ ਵੀ ਸੁਰਖੀਆਂ ਵਿੱਚ ਰਿਹਾ। ਮੈਂ ਅਕਸਰ ਦੇਖਿਆ ਤੁਸੀਂ ਆਵਾਜ਼ ਚੱਕੀ ਹੈ ਜੀ। ਵਿਕਾਸ ਜੀ, ਮੈਂ ਗਗਨ ਪਾਰਕ ਦੇ ਸੰਬੰਧ ਵਿੱਚ ਵੀ ਗੱਲ ਕਰਨੀ ਚਾਹੁੰਦਾ ਜੀ। ਗਗਨ ਪਾਰਕ ਬੇਸਿਕਲੀ ਸਾਡੇ ਸ਼ਹਿਰ ਦੇ ਲਈ ਜਿਨ੍ਹਾਂ ਨੇ ਜਾਨਾਂ ਕੁਰਬਾਨ ਕੀਤੀਆਂ, ਉਹ ਸ਼ਹੀਦ, ਉਹਨਾਂ ਦੇ ਨਾਂ ਤੇ ਇੱਕ ਮੈਮੋਰੀਅਲ ਪਾਰਕ। ਅੱਛਾ ਜੀ, ਉਹ ਇੱਕ ਸਿਆਸਤ ਦੇ ਤਹਿਤ ਕਹਿ ਲਓ, ਜਾਂ ਇੱਕ ਪੋਲੀਟੀਕਲ ਇਸ਼ੂਜ਼ ਦੇ ਕਹਿ ਲਓ, ਜਾਂ ਇੱਕ ਰਾਜਨੀਤਿਕ ਫਾਇਦੇ ਲਈ ਕਹਿ ਲਓ, ਉਹਦਾ ਨਾਮ ਚੇਂਜ ਕਰਕੇ ਸੋ ਐਂਡ ਸੋ ਪਾਰਕ ਰੱਖਿਆ ਗਿਆ ਜੀ। 2019 ਦੀ ਗੱਲ ਹੈ ਜੀ। ਸਾਡੇ ਵੱਲੋਂ ਇੱਕ ਮੰਗ ਪੱਤਰ ਗਿਆ ਈਓ ਸਾਹਿਬ ਨੂੰ, ਔਰ ਉੱਤੇ ਕਾਰਵਾਈ ਕਰਦੇ ਆ, ਬਕਾਇਦਾ ਉਸ ਪਾਰਕ ਦਾ ਨਾਮ ਅਗੇਨ ਗਗਨ ਸੁਰਜੀਤ ਪਾਰਕ ਰੱਖਿਆ ਗਿਆ। ਹੁਣ ਦੀ ਗੱਲ ਹੈਗੀ, ਡਾਕੂਮੈਂਟਰੀ ਕਲੀਅਰ ਹੋ ਤੁਸੀਂ, ਫਿਰ ਤੁਸੀਂ ਉਹਨੂੰ ਚੇਂਜ ਕਿਉਂ ਨਹੀਂ ਕਰ ਰਹੇ? ਡਾਕੂਮੈਂਟਰੀ ਕਲੀਅਰ ਆ, ਮਤਾ ਪਿਆ ਹੋਇਆ, ਮੈਜੋਰਟੀ ਦੇ ਨਾਲ ਐਮਸੀਜ਼ ਨੇ ਸਿਗਨੇਚਰ ਕੀਤੇ ਹੋਏ ਉੱਤੇ ਕਿ ਵੀ ਇਸ ਪਾਰਕ ਦਾ ਨਾਮ ਪਹਿਲਾਂ ਵਾਂਗੂ ਹੀ ਗਗਨ ਸੁਰਜੀਤ ਪਾਰਕ ਰਹੂਗਾ, ਸ਼ਹੀਦਾਂ ਦੇ ਨਾਂ ਤੇ ਰਹੂਗਾ। ਬਟ 2019 ਤੋਂ ਲੈ ਕੇ ਟਿਲ ਡੇਟ ਅਜੇ ਤੱਕ ਉੱਪਰ ਉਹੀ ਜਿਹੜਾ ਪਾਰਕ ਸੋ ਐਂਡ ਸੋ ਕਾਲਡ ਨਾਂ ਜਿਹੜਾ ਪਹਿਲਾਂ ਹੀ ਚੱਲ ਰਿਹਾ, ਜੋ ਕਿ ਐਂਟੀ ਕਾਨੂੰਨ ਹੈ, ਐਂਟੀ ਲਾ ਹੈ। ਜਦ ਤੁਸੀਂ ਮਤਾ ਪਾ ਚੁੱਕੇ ਹੋ, ਤੁਸੀਂ ਨਾਮ ਕਿਉਂ ਨਹੀਂ ਚੇਂਜ ਕਰਦੇ ਇੱਥੇ? ਤੁਹਾਡੇ ਕਹਿੰਦਾ ਮਤਲਬ ਉਹ ਬੋਰਡ ਹਜੇ ਤੱਕ ਲੱਗਾ ਹੋਇਆ, ਟਿਲ ਡੇਟ ਲੱਗਾ ਹੋਇਆ ਜੀ, ਟਿਲ ਡੇਟ ਲੱਗਾ। ਮੈਂ ਕਈ ਵਾਰ ਈਓ ਸਾਹਿਬ ਨੂੰ, ਕਈ ਵਾਰ ਸਾਡੇ ਐਮਸੀ ਸਾਹਿਬਾਨ ਨੂੰ ਵੀ ਕਹਿ ਚੁੱਕਾ, ਬਟ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। 2019 ਦਾ ਮਤਾ ਜੀ ਸਾਡੇ ਮੰਗ ਪੱਤਰ ਦੇ ਆਧਾਰ ਤੇ ਮਤਾ ਪਾਇਆ ਗਿਆ ਸੀਗਾ, ਬਕਾਇਦਾ ਮੈਜੋਰਟੀ ਵਿੱਚ ਪਾਸ ਹੋਇਆ ਸੀ ਕਿ ਸ਼ਹੀਦਾਂ ਦੇ ਨਾਂ ਤੇ ਹੀ ਇਹਦਾ ਨਾਮ ਹੋਊਗਾ। ਬਿਲਕੁਲ ਸਹੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਲਕੁਲ ਸਹੀ ਜੀ। ਗਗਨ ਸੁਰਜੀਤ ਇੱਕ ਬਹੁਤ, ਮੈਂ ਕੀ ਕਹਾਂ ਜੀ, ਉਹਨਾਂ ਨੂੰ ਇੱਕ ਸਲੂਟ ਹੀ ਜਾਂਦਾ ਜੀ, ਕਿਉਂਕਿ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ ਜੀ। ਜੇ ਅਸੀਂ ਸ਼ਹੀਦਾਂ ਦੇ ਲਈ, ਜੇ ਉਹਨਾਂ ਦੀ ਕੁਰਬਾਨੀਆਂ ਲਈ ਅਸੀਂ ਇੰਨਾ ਵੀ ਨਹੀਂ ਕਰ ਸਕਦੇ, ਤੇ ਫਿਰ ਤਾਂ ਜੀ ਮੈਂ ਕੀ ਕਹਾਂ ਜੀ, ਫਿਰ ਤਾਂ ਲਾਹਨਤ ਆ ਜੀ ਸਾਡੇ ਤੇ ਜੀ। ਅੱਛਾ ਸਰ, ਮੈਂ ਇੱਕ ਬੈਠੇ ਸੋਚਦਾ ਪਿਆ ਸੀਗਾ, ਤੁਸੀਂ ਇੰਨੇ ਮੁੱਦੇ ਚੱਕਦੇ ਹੋ, ਇੱਕ ਹੋਰ ਮੁੱਦਾ ਮੇਰੇ ਦਿਮਾਗ ਦੇ ਵਿੱਚ ਆਇਆ ਜਿਹੜਾ ਮੈਂ ਅਕਸਰ ਪੜਿਆ ਸੀਗਾ, ਮੈਂ ਉਹਦੇ ਬਾਰੇ ਪਹਿਲਾਂ ਗੱਲ ਕਰ ਲਵਾਂ। ਸੋ ਉਹ ਸੀਗੀ ਨਕੋਦਰ ਸ਼ਹਿਰ ਨਗਰ ਕੌਂਸਲ ਵੱਲੋਂ ਜਿਹੜੀਆਂ ਮਕਾਨ ਦੀਆਂ ਨੰਬਰ ਪਲੇਟਾਂ। ਜੀ। ਉਹਦੇ ਬਾਰੇ ਜ਼ਰੂਰ ਜਾਣਨਾ। ਉਹ ਨਿਊਜ਼ ਪੜ੍ਹ ਕੇ ਮੈਂ ਹੱਸਿਆ ਵੀ ਬਹੁਤ। ਤੇ ਵਿਕਾਸ ਜੀ, ਉਹ ਵੀ ਬੜੀ ਹਾਸੋ ਹੀ ਕਹਿ ਲਓ, ਇਹਨਾਂ ਦੀ ਇੱਕ ਬੇਵਕੂਫਾਨਾ ਹਰਕਤ ਆ ਨਗਰ ਕੌਂਸਲ ਦੀ ਜੀ। ਕਰੀਬ 32-33 ਲੱਖ ਦਾ ਇੱਕ ਮਤਾ ਪਾਸ ਹੋਇਆ ਜੀ, ਇੱਕ ਟੈਂਡਰ ਬਣਦੇ ਆ ਜੀ। ਉਹ ਟੈਂਡਰ ਕੀ ਆ ਜੀ, ਆਪਣੇ ਘਰਾਂ ਦੇ ਬਾਹਰ ਨਾ ਜੀ, ਤੁਸੀਂ ਦੇਖਿਓ ਵਿਕਾਸ ਜੀ, ਆਪਣੇ ਪਹਿਲਾਂ ਨੰਬਰ ਪਲੇਟਾਂ ਲੱਗੀਆਂ ਹੋਈਆਂ, ਮਕਾਨ ਨੰਬਰ ਲੱਗੇ ਹੋਏ, ਔਰ ਬੜੇ ਸੋਲਿਡ ਆ ਜੀ। ਉਹ ਮਕਾਨ ਨੰਬਰ ਲੱਗੇ, ਸਾਨੂੰ ਨਵੇਂ ਮਕਾਨ ਨੰਬਰਾਂ ਦੀ ਜ਼ਰੂਰਤ ਨਹੀਂ ਹੈਗੀ। ਉਹ 32-33 ਲੱਖ ਰੁਪਇਆ ਖਰਾਬ ਕਰਨ ਲਈ ਜਿਹੜੇ ਫੰਡ ਆ, ਉਹ ਉਹਨਾਂ ਦੀ ਦੁਰਵਰਤੋਂ ਕਰਨ ਲਈ, ਉਹ ਸਾਰੇ ਦਾ ਸਾਰਾ ਨਾ ਜੀ, ਉਹ ਇੱਕ ਕੰਪਨੀ ਨੂੰ ਠੇਕਾ ਦੇ ਦਿੱਤਾ ਗਿਆ ਕਿ ਤੁਸੀਂ ਦੁਬਾਰਾ ਸਾਰੇ ਸ਼ਹਿਰ ਦੀ ਨੰਬਰਿੰਗ ਕਰੋ।
ਅੱਛਾ, ਉਹ ਨੰਬਰਿੰਗ ਦੇ ਵਿੱਚ ਕੀ ਆ ਜੀ, ਆਪਾਂ ਹੁਣ ਗਿਣਤੀ ਕਰ ਲਈਏ। ਹਾਂਜੀ। ਸ਼ਹਿਰ ਦੇ ਵਿੱਚ ਅਫੀਸ਼ੀਅਲੀ 8000 ਘਰ ਨੇ। 8000 ਘਰ ਦੇ ਹਿਸਾਬ ਦੇ ਨਾਲ 32 ਤੋਂ 33 ਲੱਖ ਰੁਪਈਆ ਤੁਸੀਂ ਕੰਪਨੀ ਨੂੰ ਦੇ ਰਹੇ ਆ ਵੀ ਦੁਬਾਰਾ ਨੰਬਰਿੰਗ ਕਰੋ। ਉਹਦੇ ਹਿਸਾਬ ਦੇ ਨਾਲ ਪਰ ਕਾਸਟ ਘਰ ਦੀ ਆਪਾਂ ਤਕਸੀਮ ਕਰਕੇ ਦੇਖੀਏ 400-500 ਰੁਪਈਆ ਬਣਦਾ। ਯਾਨੀ ਕਿ ਉਹ ਜਿਹੜੀ ਇੱਕ ਪਰ ਕਾਸਟ ਆ ਉਸ ਨੰਬਰ ਪਲੇਟ ਦੀ ਪਰ ਘਰ, ਉਹ 400 ਤੋਂ 500 ਰੁਪਇਆ। ਤੇ ਜੇ ਉਹਨੂੰ ਆਪਾਂ ਹੱਥ ਨਾਲ ਲਈਏ ਨਾ ਤੇ ਉਹ ਕਾਗਜ਼ ਵਾਂਗੂ ਲੱਗਦੀ ਹੈ। ਉਹਦੇ ਵਿੱਚ ਕੋਈ ਉਹਦੀ ਡਿਊਰੇਬਿਲਟੀ ਹੈ ਨਹੀਂ ਜੀ। ਸੈਕੰਡਲੀ, ਜਦ ਸਾਡੇ ਪਹਿਲਾਂ ਲੱਗੇ ਹੋਏ ਆ ਮਕਾਨ ਨੰਬਰ, ਅਸੀਂ ਕਿਉਂ ਚੇਂਜ ਕਰੀਏ? ਆਲਰੇਡੀ ਸਾਡੇ ਆਧਾਰ ਕਾਰਡਾਂ ਤੇ, ਸਾਡੇ ਪਾਸਪੋਰਟ ਜਿਹੜੇ ਹੈਗੇ ਜੀ, ਆਈਡੀ ਕਾਰਡ, ਬਾਕੀ ਜਿੰਨੇ ਵੀ ਆ ਜੀ, ਉਹਨਾਂ ਸਾਰਿਆਂ ਦੇ ਉੱਤੇ ਸਾਡੇ ਪਹਿਲੇ ਚੱਲਦੇ ਪਏ। ਜਦ ਸਾਡੇ ਆਲਰੇਡੀ ਐਗਜ਼ਿਸਟ ਕਰਦੇ ਆ ਮਕਾਨ ਨੰਬਰ, ਤੇ ਫਿਰ ਕੀ ਜ਼ਰੂਰਤ ਹੈ? ਟੋਟਲ ਵੇਸਟੇਜ ਆਫ ਮਨੀ। ਟੋਟਲ ਵੇਸਟੇਜ ਆਫ ਮਨੀ। ਮੈਂ ਇੱਥੇ ਥੋੜਾ ਜਿਹਾ ਹੋਰ ਵੀ ਗੱਲ ਅੱਗੇ ਲੈ ਕੇ ਜਾਊਂਗਾ ਵਿਕਾਸ ਜੀ। ਦੇਖੋ, ਇਹ ਸਾਡੀ ਨਗਰ ਕੌਂਸਲ ਆ ਜੀ, ਅਸੀਂ ਚੁਣ ਕੇ ਭੇਜੇ ਨੁਮਾਇੰਦੇ, ਆਪਣੇ 17 ਨੁਮਾਇੰਦੇ, ਅਸੀਂ ਆਪਣੀ ਗੱਲ ਆਪਣੀ ਗੱਲ ਰੱਖਣ ਨੂੰ ਉਹਨਾਂ ਨੂੰ ਅੱਗੇ ਕੀਤਾ ਹੈ। ਬਿਲਕੁਲ ਬਿਲਕੁਲ। ਪਰ ਦੇਖੋ ਜੀ, ਕੋਈ ਗੱਲ ਨਹੀਂ ਕਰ ਰਿਹਾ ਜੀ। ਮੈਂ ਨਗਰ ਕੌਂਸਲ ਦੀ ਇੱਕ ਤੁਹਾਨੂੰ ਹੋਰ ਬੜੀ ਹਾਸੋਹੀਣੀ ਗੱਲ ਸੁਣਾਉਂਗਾ ਜੀ। 26 ਲੱਖ ਤੇ ਕਰੀਬ 70,000 ਦਾ ਪਿਛਲੇ 11 ਮਹੀਨੇ ਤੇ ਕੁਝ ਦਿਨਾਂ ਦਾ ਪੈਟਰੋਲ ਦਾ ਖਰਚਾ ਜੀ। ਇੰਨਾ ਪੈਟਰੋਲ ਕਿੱਥੇ ਲੱਗ ਗਿਆ ਜੀ? 26 ਲੱਖ 70,000 ਸਮਥਿੰਗ। ਮੇਰੇ ਕੋਲ ਅਫੀਸ਼ੀਅਲ ਰਿਕਾਰਡ ਆ ਜੀ, ਆਰਟੀਆਈ ਡਾਕੂਮੈਂਟ ਹੈ ਜੀ ਮੇਰੇ ਕੋਲ। ਕਿੱਥੇ ਲਾ ਰਹੇ ਜੀ? ਇੱਕ ਕਰਤਾਰ ਕਲੱਬ ਦੇ ਵਿੱਚ ਚੌਂਕ ਆ ਜੀ, ਉਹਦੀ ਪ੍ਰੋਵੀਜ਼ਨ ਸੀ, ਕਾਫੀ ਦੇਰ ਦਾ ਇੱਕ ਮਤਾ ਪਾਇਆ ਹੋਇਆ 18-19 ਲੱਖ ਦਾ ਜੀ, ਭਗਵਾਨ ਪਰਸਰਾਮ ਜੀ ਦੇ ਨਾਂ ਦੇ ਉੱਤੇ। ਔਰ ਬੜਾ ਉੱਥੇ ਫੋਟੋਆਂ ਖਿਚਾਈਆਂ ਗਈਆਂ ਜਾ ਕੇ ਕਿ ਅਸੀਂ ਜੀ ਭਗਵਾਨ ਪਰਸਰਾਮ ਜੀ ਦੇ ਨਾਂ ਤੇ ਚੌਂਕ ਬਣਾ ਰਹੇ ਹਾਂ। ਕਰੀਬ ਸਾਲ ਸਵਾ ਸਾਲ ਹੋ ਚੱਲਿਆ ਉਸ ਮਤੇ ਇੱਕ ਨਹੀਂ ਲੱਗੀ। 18-19 ਲੱਖ ਰੁਪਇਆ ਜਿਹੜਾ ਮਤੇ ਦੇ ਵਿੱਚ ਲਿਖਿਆ ਹੋਇਆ, ਉੱਥੇ ਇੱਕ ਨਹੀਂ ਲੱਗੀ। ਸੋਚਣ ਵਾਲੀ ਗੱਲ ਹੈ ਜੀ। ਬਿਲਕੁਲ, ਤੁਹਾਡੇ ਜਿਹੜੇ ਉਠਾਏ ਗਏ ਮੁੱਦੇ ਆ, ਸੋ ਉਹ ਸੋਚਣ ਲਈ ਮਜਬੂਰ ਕਰਦੇ ਆ ਆਮ ਨਾਗਰਿਕ ਨੂੰ। ਬਿਲਕੁਲ ਜੀ, ਮੈਂ ਕਹਿੰਦਾ ਕਿ ਹਰੇਕ ਬੰਦਾ ਜਾਗਰੂਕ ਹੋਵੇ ਜੀ। ਹੁਣ ਇਹਦੀ ਕਰਪਸ਼ਨ ਦੀ ਸ਼ੁਰੂਆਤ ਹੋਣੀ ਹੋਈ। ਲਾਸਟ ਜਿਹੜੀ ਪਹਿਲੀ ਨਗਰ ਕੌਂਸਲ ਸੀ, ਉਦੋਂ ਵੀ ਰੇਹੜੀ ਮਾਰਕੀਟ, ਜਿੰਨੇ ਵੀ ਪ੍ਰੋਜੈਕਟ ਆ ਸਾਰੇ ਖਰਾਬ ਹੋਏ। ਮੈਨੂੰ ਦੇਖ ਲਓ ਜੀ, ਤੁਸੀਂ ਆਪ ਦੇਖ ਕੇ ਦੱਸ ਦਿਓ, ਜੇਕਰ ਰੇਹੜੀ ਮਾਰਕੀਟ ਬਣੀ ਹੋਈ ਆ ਤੇ ਫਿਰ ਰੇਹੜੀਆਂ ਕਿਉਂ ਲੱਗ ਰਹੀਆਂ? ਬਿਲਕੁਲ ਸਹੀ। ਉੱਤੇ ਸਾਡੇ ਤੇ ਕਿਉਂ ਐਕਸਟਰਾ ਬਰਡਨ ਪਾਇਆ ਜੀ? ਗੱਲ ਤੁਹਾਡੀ ਸਹੀ ਹੈ ਜੀ। ਇੱਕ ਆਮ ਇਨਸਾਨ ਦੇ ਟੈਕਸ ਦੇ ਉਹ ਪੈਸੇ ਨੇ ਜਿਹੜੇ ਉਹ ਦੁਰਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਚੀਜ਼ਾਂ ਦੀ ਜੀ, ਉਹਨਾਂ ਪੈਸਿਆਂ ਦੀ। ਅੱਛਾ ਸਰ, ਜਦੋਂ ਅਲੱਗ-ਅਲੱਗ ਮੁੱਦੇ ਤੁਸੀਂ ਚੱਕਦੇ ਹੋ ਤੇ ਉਸ ਵੇਲੇ ਜਦੋਂ ਕੋਈ ਮੁੱਦਾ ਹੁਣ ਜਿੱਦਾਂ ਗਗਨ ਪਾਰਕ ਦਾ ਮੁੱਦਾ ਡਾਕੂਮੈਂਟ ਕਲੀਅਰ ਹੋ ਗਏ ਜੀ, ਸੋ ਉਸ ਵੇਲੇ ਬਾਅਦ ਵਿੱਚ ਇੱਕ ਮਨ ਨੂੰ ਕਿੰਨਾ ਕੁ ਸਕੂਨ ਮਿਲਦਾ ਜਦੋਂ? ਦੇਖੋ ਜੀ, ਮਨ ਨੂੰ ਸਕੂਨ ਬੜਾ ਮਿਲਦਾ। ਇੱਕ ਹਰੇਕ ਬੰਦਾ ਨਾ ਜੀ ਆਪਣੀ ਡੇ ਟੂ ਡੇ ਲਾਈਫ ਦੇਖ ਲਓ, ਆਪਣੀ ਲਾਈਵਲੀਹੁੱਡ ਕਮਾਉਣ ਲਈ ਆਪਾਂ ਕੰਮ ਕਰਦੇ ਹਾਂ, ਆਪਣੀ ਜੀਵਿਕਾ ਕਮਾਉਣ ਲਈ ਕੰਮ ਕਰਦੇ ਹਾਂ। ਜਦੋਂ ਤੁਸੀਂ ਲੀਕ ਤੋਂ ਹਟ ਕੇ ਨਾ ਇੱਕ ਜਨਰਲ ਕੰਮ ਕਰਦੇ ਆ, ਸਾਂਝਾ ਕੰਮ ਕਰਦੇ ਆ, ਉਹਦੇ ਵਿੱਚ ਤੁਹਾਨੂੰ ਕੋਈ ਥੋੜੀ ਮਤਲਬ ਤੁਹਾਨੂੰ ਕਾਮਯਾਬੀ ਮਿਲਦੀ ਹੈ ਨਾ, ਔਰ ਤੁਹਾਨੂੰ ਇੱਕ ਅੰਦਰੋਂ ਇੱਕ ਬੜੀ ਹੈਪੀਨੈਸ ਮਿਲਦੀ ਹੈ, ਬੜੀ ਖੁਸ਼ੀ ਮਿਲਦੀ ਹੈ, ਯਾਰ ਸੈਟੀਸਫੈਕਸ਼ਨ ਮਿਲਦੀ ਹੈ, ਔਰ ਬੜੀ ਖੁਸ਼ੀ ਮਹਿਸੂਸ ਹੁੰਦੀ ਕਿ ਯਾਰ ਸਾਡੇ ਕਰਕੇ ਕੁਛ ਤਾਂ ਹੋਇਆ, 1% ਹੀ ਹੋਇਆ ਭਾਵੇਂ ਜੀ। ਬਿਲਕੁਲ ਸਹੀ। ਅੱਛਾ, ਬਹੁਤ ਸਾਰੇ ਜਿਹੜੇ ਅੱਜ ਕੱਲ ਦੇ ਲੋਕ ਨੇ, ਇੰਨੀ ਬਿਜ਼ੀ ਲਾਈਫ ਹੈ ਔਰ ਪਤਾ ਲਗਭਗ ਹਰ ਇੱਕ ਨੂੰ ਹੈ, ਔਰ ਅਵੋਇਡ ਕਰਦੇ ਪਏ ਆਪਾਂ ਕੀ ਲੈਣਾ। ਜੀ। ਸੋ ਕਦੀ ਤੁਹਾਨੂੰ ਵੀ ਔਕੜਾਂ ਆਈਆਂ ਇਸ ਮਾਮਲੇ ਦੇ ਵਿੱਚ ਜਦੋਂ ਘਰ ਦੇ ਵੱਲੋਂ ਸਪੋਰਟ, ਤੁਸੀਂ ਕੀ ਲੈਣਾ ਆਪਣੇ ਕੰਮ ਵੱਲ ਧਿਆਨ? ਵਿਕਾਸ ਜੀ, ਇਹ ਹਰੇਕ ਮਾਪਿਆਂ ਦੀ ਇੱਕ ਸੋਚ ਹੁੰਦੀ ਆ। ਹਾਂਜੀ, ਤੁਸੀਂ ਆਪਣਾ ਕੰਮ ਕਰਦੇ ਆ, ਵਕੀਲ ਹੈਗੇ ਆ, ਹਾਂ, ਕੰਮ ਕਰੂ ਕਰੇ ਆਓ, ਜੀ, ਬੱਚਿਆਂ ਨਾਲ ਹੱਸੋ ਖੇਡੋ, ਇੱਕ ਜਨਰਲ ਲਾਈਫ ਜਿਹੜੀ ਹੈ ਨਾ ਉਹ ਆਮ ਜੀਓ। ਬਟ ਜੇ ਆਪਾਂ ਨਾ ਜੀ ਹਰ ਬੰਦਾ ਇਹੀ ਕਰਕੇ ਸੋਚ ਕੇ ਇਹ ਬੈਠ ਜਾਵੇ ਤਾਂ ਪਹਿਲ ਤਾਂ ਕਿਸੇ ਨੂੰ ਕਰਨੀ ਪੈਣੀ ਹੈ। ਬਿਲਕੁਲ, ਪਹਿਲ ਤਾਂ ਇਨੀਸ਼ੀਏਟਿਵ ਤਾਂ ਕਿਸੇ ਨੂੰ ਲੈਣਾ ਪੈਣਾ ਹੈ, ਔਰ ਜੇ ਇਨੀਸ਼ੀਏਟਿਵ ਲਓ ਨਾ, ਤੁਹਾਡੇ ਨਾਲ ਲੋਕ ਜੁੜਦੇ ਜਾਂਦੇ ਆ, ਕਾਫਲਾ ਬਣਦਾ ਜਾਂਦਾ। ਸੋ ਜੀ, ਇਹ ਇੱਕ ਤਰ੍ਹਾਂ ਦੀ ਬਹਾਦਰੀ ਹੈ। ਮੈਂ ਸਰ ਤੁਹਾਡੀ ਇਸ ਬਹਾਦਰੀ ਨੂੰ ਮੈਂ ਸਲੂਟ ਕਰਦਾ, ਕਿਉਂਕਿ ਇਹ ਹਰ ਕੋਈ ਨਹੀਂ ਕਰ ਸਕਦਾ ਜੋ ਤੁਸੀਂ ਕਰਦੇ ਪਏ ਹੋ। ਸੋ ਤੁਹਾਡੀ ਇਸ ਬਰੇਵਰੀ ਨੂੰ ਵੀ ਸਲਾਮ ਕਰਦਾ ਹੈ ਵਿਸ਼ਵ ਬਾਣੀ ਸਾਡਾ ਚੈਨਲ। ਅੱਛਾ ਸਰ, ਜਦੋਂ ਤੁਸੀਂ ਇਦਾਂ ਮੁੱਦਿਆਂ ਦੇ ਉੱਪਰ ਕਟਾਕਸ਼ ਕਰਦੇ ਹੋ ਔਰ ਆਰਟੀਆਈ ਦੇ ਜ਼ਰੀਏ ਸਾਰਾ ਕੁਝ ਪਤਾ ਕਰਦੇ ਹੋ, ਤੇ ਉਹਦੇ ਨਾਲ ਕਿਤੇ ਮਨ ਦੇ ਵਿੱਚ ਵੀ ਡਰ ਰਹਿੰਦਾ ਵੀ ਯਾਰ ਮੇਰੇ ਦੋਸਤ ਘਟ ਗਏ, ਦੁਸ਼ਮਣ ਵੱਧ ਗਏ? ਡਰ ਵਿਕਾਸ ਜੀ, ਜੇ ਮੈਂ ਗੱਲ ਕਹਾਂ ਕਿ ਮੈਂ ਡਰਦਾ ਨਹੀਂ, ਕੋਈ ਵੀ ਇਨਸਾਨ ਜਿਹੜਾ ਕਹਿੰਦਾ ਨਾ ਵੀ ਮੈਂ ਡਰਦਾ ਨਹੀਂ, ਝੂਠ ਬੋਲਦਾ ਜੀ। ਹਰੇਕ ਬੰਦੇ ਦੇ ਅੰਦਰ ਡਰ ਹੁੰਦਾ, ਇੱਕ ਸਹਿਮ ਹੁੰਦਾ ਜੀ। ਉਹ ਮੈਂ ਉਹਨੂੰ ਡਰ ਨੂੰ ਕਹੂੰਗਾ ਜੀ, ਉਹ ਇੱਕ ਅਵੇਅਰਨੈਸ ਵੀ ਹੁੰਦੀ ਹੈ ਜੀ। ਤੁਸੀਂ ਥੋੜੇ ਆਪਣੇ ਆਸ-ਪਾਸ ਅਵੇਅਰ ਹੋ ਜਾਂਦੇ ਜੀ। ਸੱਚਾਈ ਗੱਲ ਆ ਜੀ, ਜਦੋਂ ਤੁਸੀਂ ਸਮਾਜ ਦੀ ਆਵਾਜ਼ ਉਠਾਉਂਦੇ ਹੋ ਜਾਂ ਸੱਚ ਬੋਲਦੇ ਹੋ ਤੇ ਤੁਹਾਡੇ ਦੁਸ਼ਮਣ ਵੱਧਦੇ ਆ ਜੀ। ਬਟ ਫਿਰ ਇੱਕ ਅੰਦਰੋਂ ਸਕੂਨ ਆਉਂਦਾ ਕਿ ਜੇ ਮੈਂ ਸੱਚ ਦੇ ਲਈ ਲੜਦਾ ਤੇ ਪ੍ਰਮਾਤਮਾ ਮਦਦ ਕਰਦਾ ਜੀ। ਕੀ ਬਾਤ ਹੈ ਜੀ। ਸਰ ਜੀ, ਬਹੁਤ ਵਧੀਆ ਵਿਚਾਰ ਨੇ ਜੀ ਐਡਵੋਕੇਟ ਜਗਦੀਪ ਸਿੰਘ ਮਾਨ ਦੇ। ਮੈਂ ਕਿਹਾ ਸੀ ਨਾ ਵੀ ਇੱਥੇ ਮੈਨੂੰ ਆ ਕੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ, ਮੈਨੂੰ ਹੋਰ ਪ੍ਰਾਊਡ ਫੀਲ ਹੋ ਰਿਹਾ ਇਹਨਾਂ ਦੇ ਕੋਲ ਬੈਠ ਕੇ। ਅੱਛਾ ਸਰ, ਜਦੋਂ ਤੁਸੀਂ ਡਿਫਰੈਂਟ ਇਸ਼ੂਜ਼ ਦੇ ਉੱਪਰ ਆਪਣੀ ਆਵਾਜ਼ ਚੱਕਦੇ ਹੋ
ਹੋਰ ਕਿਹੜੇ ਜ਼ਹਿਨ ਦੇ ਵਿੱਚ ਚੱਲ ਰਹੇ ਆ ਵੀ ਤੁਸੀਂ ਨਕੋਦਰ ਦੇ ਵੈਲਵਿਸ਼ਰ ਹੋ, ਸਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋ ਰਹੀ ਹੈ। ਹੋਰ ਕੋਈ ਇਨ ਫਿਊਚਰ ਮੈਂ ਇਸ ਚੀਜ਼ ਤੇ ਥੋੜਾ ਡਿਸਕਸ ਕਰਦਾ। ਜੀ ਦੇਖੋ ਜੀ, ਵਿਕਾਸ ਜੀ, ਸ਼ੀਸ਼ੇ ਦੇ ਦੋ ਪਹਿਲੂ ਹੁੰਦੇ ਆ। ਸ਼ੀਸ਼ਾ ਇਧਰੋਂ ਦੇਖ ਲਓ, ਪਿੱਛੇ ਉਹਦੇ ਕੁਝ ਹੋਰ ਹੁੰਦਾ। ਜੀ ਮੈਂ ਆਵਾਜ਼ ਪਾਉਣਾ, ਮੇਰੇ ਵਰਗੇ ਹੋਰ ਵੀ ਮੇਰੇ ਭਰਾ ਜਿਹੜੇ ਆਵਾਜ਼ ਪਾਉਂਦੇ ਹੋਣਗੇ, ਇੱਕ ਟੀਮ ਵੀ ਕੰਮ ਕਰਦੀ ਹੋਊਗੀ, ਸਾਰਾ ਕੁਝ ਚੱਲਦਾ ਹੈ। ਜੀ ਆਪਾਂ ਹੁਣ ਤੱਕ ਇਹੀ ਚੀਜ਼ ਕਹਿੰਦੇ ਆ ਰਹੇ ਆ ਕਿ ਵੀ ਨਕੋਦਰ ਦਾ ਜਿਹੜਾ ਨਾ ਨਗਰ ਕੌਂਸਲ ਦੇ ਵਿੱਚ ਕਰਪਸ਼ਨ ਹੋ ਰਹੀ ਆ, ਸੋ ਐਂਡ ਸੋ ਡਿਪਾਰਟਮੈਂਟ ਵਿੱਚ ਕਰਪਸ਼ਨ ਹੋ ਰਹੀ, ਠੀਕ ਆ। ਤੁਸੀਂ ਇੱਕ 11-12 ਸਾਲ ਦਾ ਕੋਈ ਬੱਚਾ ਵੀ ਨਾ ਸ਼ਹਿਰ ਦੇ ਵਿੱਚ, ਉਹ ਵੀ ਤੁਹਾਨੂੰ ਸ਼ਾਇਦ ਆਪਣੇ ਨਾਲੋਂ ਜ਼ਿਆਦਾ ਦੱਸ ਸਕਦਾ ਕਿ ਆਹ ਜਿਹੜੀ ਗਲੀ ਹੈ ਨਾ, ਕਿ ਬਾਰ-ਬਾਰ ਬਣਾਈ ਜਾਂਦੇ ਆ, ਇਹਦੇ ਵਿੱਚ ਕੋਈ ਹੈ ਕਰਪਸ਼ਨ ਹੈ। ਜੀ ਅੱਛਾ, ਇਹ ਤਾਂ ਖੈਰ ਦੀ ਕਰਪਸ਼ਨ ਤਾਂ ਸਾਰਿਆਂ ਨੂੰ ਪਤਾ ਜੀ, ਹੁਣ ਕਰਪਸ਼ਨ ਹੈ, ਆ ਵੀ ਘੁਟਾਲਾ ਹੈ, ਉਹ ਵੀ ਘੁਟਾਲਾ, ਪੈਸਾ ਜਾ ਰਿਹਾ। ਪਰ ਹੁਣ ਮੈਂ ਸੈਕੰਡਰੀ ਸਬਸੀਕੁਐਂਟ ਲੈਵਲ ਤੇ ਸੋਚਦਾ ਕਿ ਨੈਕਸਟ ਕੀ ਹੈ, ਪੈਸਾ ਜਾ ਕਿੱਥੇ ਰਿਹਾ। ਅਗਲਾ ਕੁਐਸਚਨ ਇਹ ਹੁੰਦਾ ਕਿ ਪੈਸਾ ਜਾ ਕਿੱਥੇ ਰਿਹਾ, ਚਾਹੇ ਉਹ ਈਓ ਆ, ਚਾਹੇ ਕੋਈ ਅਕਾਊਂਟੈਂਟ ਆ, ਚਾਹੇ ਕੋਈ ਕਲਰਕ ਆ, ਚਾਹੇ ਉਹ ਐਮਸੀ ਸਾਹਿਬ ਆ, ਕੋਈ ਵੀ ਆ, ਚਾਹੇ ਕੋਈ ਵੀ ਬੰਦਾ ਹੈ। ਇਹ ਜਾਂਚ ਇੱਕ ਇਹ ਵਿਸ਼ਾ ਹੋਣਾ ਚਾਹੀਦਾ ਕਿ ਜੇਕਰ ਪੈਸੇ ਜਾਂ ਮਤਲਬ ਫੰਡ ਜਿਹੜੇ ਆ ਉਹ ਦੁਰਵਰਤੋਂ ਹੋ ਰਹੀ ਹੈ, ਉਹ ਪੈਸਾ ਜਾ ਕਿੱਥੇ ਰਿਹਾ, ਉਹ ਬੇਨਾਮੀ ਟ੍ਰਾਂਜੈਕਸ਼ਨ ਹੋ ਰਹੀਆਂ, ਇਸ ਚੀਜ਼ ਦੀ ਇੱਕ ਇਨਕੁਆਇਰੀ ਹੋਵੇ, ਇਸ ਚੀਜ਼ ਦੀ ਇੱਕ ਤਫਤੀਸ਼ ਹੋਵੇ ਕਿ ਵੀ ਆਹ ਪੈਸਾ ਜਿਹੜਾ ਆ ਸੋ ਐਂਡ ਸੋ ਬੰਦਾ ਜਿਹੜਾ ਨਾ, ਉਹ ਪੈਸਾ ਬੇਨਾਮੀ ਟ੍ਰਾਂਜੈਕਸ਼ਨ ਵਿੱਚ ਜਾ ਰਿਹਾ, ਔਰ ਇਸ ਚੀਜ਼ ਨੂੰ ਡਿਸਕਵਰ ਕਰਨਾ ਕੋਈ ਔਖਾ ਨਹੀਂ ਹੈਗਾ, ਆਰਾਮ ਦੇ ਨਾਲ ਡਿਸਕਵਰ ਕੀਤਾ ਜਾ ਸਕਦਾ। ਇੱਕ ਇਸ ਸਮੱਸਿਆ ਦਾ ਸੋਲੂਸ਼ਨ ਹੋ ਸਕਦਾ ਜੀ, ਕਿਉਂਕਿ ਜੇ ਆਪਾਂ ਸਿਰਫ ਨਸ਼ਰ ਕਰਾਂਗੇ, ਡਿਸਕਵਰ ਕਰਾਂਗੇ, ਡਿਸਕਲੋਜ਼ ਇਹੀ ਚੀਜ਼ ਕਰੀ ਜਾਂਗੇ ਵੀ ਕਰਪਸ਼ਨ ਹੋ ਗਈ, ਤਾਂ ਉਹ ਕੋਈ ਸੋਲੂਸ਼ਨ ਨਹੀਂ ਹੈਗਾ। ਆਪਾਂ ਨੂੰ ਨੈਕਸਟ ਦੇਖਣਾ ਪੈਣਾ ਕਿ ਪੈਸਾ ਜਾ ਕਿੱਥੇ, ਪੂਰੀ ਡੈਪਥ ਵਿੱਚ ਜਾਣਾ ਪੈਣਾ। ਕੀ ਕੋਈ ਬੇਨਾਮੀ ਟ੍ਰਾਂਜੈਕਸ਼ਨਸ ਵੀ ਹੋ ਰਹੀਆਂ, ਕੀ ਕੋਈ ਅਫਸਰ ਲੌਬੀ ਕਰ ਰਹੀ ਹੈ, ਕੀ ਕਿਤੇ ਸਾਡੇ ਐਮਸੀ ਸਾਹਿਬਾਨ ਕਰ ਰਹੇ, ਇਹ ਚੀਜ਼ਾਂ ਸਾਰੀਆਂ ਜਾਂਚ ਦਾ ਵਿਸ਼ਾ ਜੀ। ਬਿਲਕੁਲ ਸਹੀ। ਅੱਛਾ ਸਰ, ਜਿਹੜੀ ਤੁਸੀਂ ਇਸ਼ੂ ਚੁੱਕਦੇ ਹੋ ਉਹਦੇ ਵਿੱਚ ਨਗਰ ਕੌਂਸਲ ਦੇ ਲਗਭਗ ਖਿਲਾਫ ਹੀ ਹੈ ਤੇ ਜਿਹੜੇ ਸ਼ਹਿਰ ਦੇ ਕਾਉਂਸਲਰ ਨੇ ਉਹਨਾਂ ਵਿੱਚੋਂ ਕਿੰਨੀ ਸਪੋਰਟ ਮਿਲਦੀ ਹੈ ਤੁਹਾਨੂੰ? ਦੇਖੋ ਜੀ, ਮੈਂ ਇਹੀ ਗੱਲ ਕਹੂੰਗਾ ਕਿ ਕਾਉਂਸਲਰ ਸਾਹਿਬਾਨ, ਮੈਂ ਇੱਕ ਛੋਟੀ ਜੀ ਨਾਲ ਗੱਲ ਕਰਦਾ ਜਿੱਥੇ ਸਪੋਰਟ ਤੋਂ ਇਲਾਵਾ ਨਾ ਇੱਕ ਥੋੜੀ ਐਡੀਸ਼ਨ ਇਹਦੇ ਵਿੱਚ ਕਰਦਾ ਇਸ ਸਵਾਲ ਦੇ ਵਿੱਚ। ਜੀ ਦੇਖੋ, ਇਸ ਨਾ ਜਿਹੜੀ ਸਾਰੀ ਕਰਪਸ਼ਨ ਹੈ ਨਗਰ ਕੌਂਸਲ ਵਿੱਚ ਹੋ ਰਹੀ ਆ, ਰੈਵਨਿਊ ਡਿਪਾਰਟਮੈਂਟ ਜਾਂ ਕਿਤੇ ਵੀ ਲਾ ਲਓ, ਇਹਦਾ ਇੱਕ ਸਵਾਲ ਸਿੱਧਾ ਜਵਾਬ ਇਹ ਆ ਵੀ ਜਦੋਂ ਸਾਡਾ ਇੱਕ ਐਮਸੀ ਹੈ ਨਾ, ਜਦੋਂ ਅਸੀਂ ਚੁਣ ਕੇ ਭੇਜਦੇ ਆ, ਜਦੋਂ ਹਰੇਕ ਬੰਦਾ ਉਹਨੂੰ ਪੁੱਛੇ ਨਾ ਕਿ ਤੇਰਾ 1 ਸਾਲ ਦਾ ਰਿਪੋਰਟ ਕਾਰਡ ਕੀ ਹੈ, 1 ਸਾਲ 'ਚ ਤੂੰ ਕੰਮ ਕੀ ਕੀਤਾ, ਤੂੰ ਵਾਰਡ ਲਈ ਕੰਮ ਕੀ ਕੀਤਾ। ਐਮਸੀ ਦਾ ਕੰਮ ਰਾਜੀਨਾਮੇ ਕਰਾਉਣੇ ਨਹੀਂ ਹੈਗੇ, ਐਮਸੀ ਦਾ ਕੰਮ ਸਟੈਂਪ ਲਾਉਣੀ ਨਹੀਂ ਹੈਗੀ, ਤੁਹਾਡੇ ਡਾਕੂਮੈਂਟ ਤਸਦੀਕ ਕਰਨੇ ਨਹੀਂ ਹੈਗੇ, ਇਹ ਉਹਦਾ ਇੱਕ ਐਕਸਟਰਾ ਵਰਕ ਹੈ। ਜਿਹੜਾ ਬੇਸਿਕ ਵਰਕ ਆ, ਆਪਾਂ ਮਿਊਨਿਸਪਲ ਐਕਟ ਪੜ੍ਹਦੇ ਉਹਦੇ ਵਿੱਚ ਬਹੁਤ ਕੰਮ ਹੈ, ਉਹਦੇ ਬਹੁਤ ਕੰਮ ਆ। ਮੈਂ ਇਹ ਕਹੂੰਗਾ ਜਿਹੜੇ ਚੰਗੇ ਐਮਸੀ ਸਾਹਿਬਾਨ, ਜਿਹੜੇ ਇਮਾਨਦਾਰ ਨੇ, ਉਹ ਸਾਨੂੰ ਹਲਾਸ਼ਰੀ ਵੀ ਦਿੰਦੇ ਨੇ ਜੀ, ਤੁਸੀਂ ਵਧੀਆ ਕਰ ਰਹੇ ਹੋ ਜੀ, ਵਧੀਆ ਕਰ ਰਹੇ ਹੋ, ਆਹ ਗੱਲ ਬਹੁਤ ਵਧੀਆ ਜੀ ਤੁਹਾਡੀ, ਆ ਇਸ਼ੂ ਬੜਾ ਅੱਛਾ ਜੀ। ਤੇ ਜਿਹੜੇ ਨਹੀਂ ਕਈਆਂ ਨੂੰ ਪਸੰਦ, ਉਹ ਫਿਰ ਮੂੰਹ ਮੋੜ ਲੈਂਦੇ ਜੀ। ਅੱਛਾ ਸਰ, ਹੁਣ ਜਦੋਂ ਤੁਸੀਂ ਯੰਗ ਹੋ ਔਰ ਇੰਨੀ ਛੋਟੀ ਉਮਰ ਦੇ ਵਿੱਚ ਏਡੀ ਵੱਡੀ ਸੋਚ ਰੱਖਦੇ ਪਏ ਹੋ, ਇਹ ਬਹੁਤ ਆਪਣੇ ਆਪ ਦੇ ਵਿੱਚ ਕਾਬਿਲੇ ਤਾਰੀਫ ਹੈ ਸਰ। ਇਨ ਫਿਊਚਰ ਕੋਈ ਮਾਈਂਡ ਵਿੱਚ ਚੱਲ ਰਿਹਾ ਪਲਾਨ ਮੈਂ ਵੀ ਇਲੈਕਸ਼ਨ ਲੜਾਂ ਜਾਂ ਪੋਲੀਟੀਕਲ? ਨਹੀਂ, ਬਿਲਕੁਲ ਨਹੀਂ ਜੀ, ਬਿਲਕੁਲ ਮੇਰਾ ਕੋਈ ਇਲੈਕਸ਼ਨ ਦਾ, ਕਿਸੇ ਚੀਜ਼ ਦਾ ਕੋਈ ਇਦਾਂ ਦਾ ਮੋਸਟਲੀ ਨਾ ਜੀ। ਮੈਂ ਵਿਕਾਸ ਜੀ, ਤੁਹਾਡੀ ਗੱਲ ਜਿਹੜੀ ਆ ਨਾ, ਇਹਦੇ ਵਿੱਚ ਇੱਕ ਹੋਰ ਐਡ ਕਰਦਾ ਗੱਲ, ਜਦੋਂ ਵੀ ਕੋਈ ਬੰਦਾ ਆਰਟੀਆਈਜ਼ ਪਾਉਂਦਾ, ਕੰਪਲੇਂਟ ਕਰਦਾ, ਇਹ ਸਮਝਿਆ ਜਾਂਦਾ ਕਿ ਇਹ ਬੰਦਾ ਪੋਲੀਟੀਕਲੀ ਨਾ, ਇਹ ਪੋਲਿਟਿਕਸ ਚ ਆਉਣ ਨੂੰ ਕਰਦਾ। ਹਾਂ ਬਿਲਕੁਲ। ਤੇ ਮੇਰਾ ਖਿਆਲ ਮੈਨੂੰ ਅੱਜ 8-9 ਸਾਲ ਹੋ ਗਏ ਜੀ ਇਸ ਕੰਮ ਦੇ ਵਿੱਚ, ਕਦੇ ਕੋਈ ਇਲੈਕਸ਼ਨ ਨਹੀਂ ਲੜੀ, ਕਦੇ ਕੋਈ ਪੋਲੀਟੀਕਲ ਏਜੰਡਾ ਨਹੀਂ ਰੱਖਿਆ, ਕਦੇ ਕੋਈ ਇਦਾਂ ਦੀ ਸੋਚ ਨਾ ਹੀ ਰੱਖਣੀ। ਪਰਮਾਤਮਾ ਬਚਾਵੇ ਇਸ ਚੀਜ਼ ਤੋਂ ਜੀ। ਇੱਕ ਆਦਤ ਆ ਜੀ, ਕੋਈ ਜੇ ਚੀਜ਼ ਗਲਤ ਹੁੰਦੀ ਆ ਤੇ ਉਹਨੂੰ ਉਜਾਗਰ ਕੀਤਾ ਜਾਵੇ। ਅੱਛਾ ਸਰ, ਜੇ ਮੈਂ ਇਹ ਪੁੱਛਾਂ ਤੁਹਾਨੂੰ ਵੀ ਨਕੋਦਰ ਦੀ ਡਿਵੈਲਪਮੈਂਟ ਨੂੰ ਲੈ ਕੇ ਤੁਸੀਂ 5 ਵਿੱਚੋਂ ਕਿੰਨੇ ਨੰਬਰ ਦਓਗੇ ਨਕੋਦਰ ਜ਼ਿਲ੍ਹਾ? ਔਰ ਨਕੋਦਰ ਦੀ ਡਿਵੈਲਪਮੈਂਟ ਨੂੰ ਮੈਂ 5 ਵਿੱਚੋਂ ਮੈਂ ਤਾਂ ਅੱਧਾ ਨੰਬਰ ਦਊਂਗਾ। ਉਹਦਾ ਕਾਰਨ ਜਾਣ ਸਕਦਾ? ਉਹਦਾ ਕਾਰਨ ਵਿਕਾਸ ਜੀ ਇਹ ਆ, ਪਿਛਲੀ ਨਗਰ ਕੌਂਸਲ ਲਾ ਲਈਏ, ਹੁਣ ਦੀ ਨਗਰ ਕੌਂਸਲ ਲਾ ਲਈਏ ਜੀ, ਬੇਸ਼ੁਮਾਰ ਫੰਡਿੰਗ ਆਈ ਹੈ, ਬਹੁਤ ਇੰਨਾ ਕੁ ਪੈਸਾ ਆਇਆ ਕਿ ਸ਼ਹਿਰ ਦੇ ਵਿੱਚ ਕਾਮ ਗੱਲ ਕਹੀ ਜਾਂਦੀ ਹੈ ਕਿ ਜਿੰਨਾ ਪੈਸਾ 5-7 ਸਾਲਾਂ ਚ ਆਇਆ, ਉਹ ਫਿਗਰ ਦੱਸ ਸਕਦੇ ਤੁਹਾਡੇ ਦਰਸ਼ਕਾਂ ਨੂੰ? ਨੀਅਰ ਅਬਾਊਟ, ਮੈਂ ਜਿਹੜੀ ਲਾਸਟ ਨਗਰ ਕੌਂਸਲ ਆ ਉਹਦੀ ਮੈਂ ਕਹਿ ਸਕਦਾ ਕਰੀਬ 100 ਤੋਂ 100 ਕਰੋੜ ਤੋਂ ਵਾਪਸੀ, 100-125 ਕਰੋੜ ਤੋਂ ਵਾਪਸੀ। ਨਵਾਂ ਸ਼ਹਿਰ ਵਸ ਸਕਦਾ, ਨਵਾਂ ਸ਼ਹਿਰ ਵਸ ਸਕਦਾ ਸੀ। ਔਰ ਇਹਨੂੰ ਜੇ ਆ ਵੀ ਨਗਰ ਕੌਂਸਲ ਵਿੱਚ ਐਡ ਕਰੇ ਤਾਂ ਪੈਸਾ ਬੇਸ਼ੁਮਾਰ। ਔਰ ਉਸ ਪੈਸੇ ਨੂੰ ਤੁਹਾਡੀ ਗੱਲ ਵਿੱਚ ਵੀ ਕਿਹਾ ਜਾਂਦਾ ਕਿ ਸਾਰਾ ਇਸ ਦੁਬਾਰਾ ਸ਼ਹਿਰ ਬਣਾ ਸਕਦੇ ਜੀ, ਤੇ ਹੋਇਆ ਤਾਂ ਕੁਛ ਵੀ ਨਹੀਂ ਜੀ। ਜਿੰਨੇ ਪ੍ਰੋਜੈਕਟ ਆ ਸਾਰੇ ਖਰਾਬ ਹੋ ਗਏ। ਆਪਾਂ ਰੇਹੜੀ ਮਾਰਕੀਟ ਦੀ ਗੱਲ ਕਰ ਲਈਏ ਜੀ, ਰੇਹੜੀ ਮਾਰਕੀਟ ਦਾ ਹਾਲ ਕੀ ਹੈ ਜੀ,
ਗਿਣਤੀ ਦੀਆਂ ਉੱਥੇ ਰੇੜੀਆਂ, ਸਾਰੀਆਂ ਰੇੜੀਆਂ ਬਾਹਰ ਲੱਗਦੀਆਂ ਜੀ। ਜੀ ਤੇ ਆਪਾਂ ਕੋਈ ਪ੍ਰੋਜੈਕਟ ਚੱਕ ਲਓ, ਕੋਈ ਵੀ ਪ੍ਰੋਜੈਕਟ ਚੱਕ ਲਓ, ਕੋਈ ਵੀ ਕਾਮਯਾਬ ਨਹੀਂ ਹੋਇਆ, ਟੋਟਲ ਫੇਲ। ਅੱਛਾ, ਅੱਜ ਕੱਲ ਮਾਨ ਸਾਹਿਬ ਨਕੋਦਰ ਸ਼ਹਿਰ ਦਾ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਟ੍ਰੈਫਿਕ ਦੀ ਸਮੱਸਿਆ। ਜੀ ਹਾਂਜੀ ਜੀ। ਅਸੀਂ ਕਿਤੇ ਵੀ ਚਲੇ ਜਾਈਏ ਬਹੁਤ ਜ਼ਿਆਦਾ ਟ੍ਰੈਫਿਕ ਹੈਗਾ, ਉਹ ਟ੍ਰੈਫਿਕ ਦੇ ਬਾਰੇ ਵੀ ਆਵਾਜ਼ ਉਠਾਈ ਹੈ। ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਜੇ ਕੱਲ ਦੀ ਗੱਲ ਆ ਜੀ। ਮੈਂ ਸਾਡੇ ਮੈਡਮ ਐਸਐਚਓ ਸਾਹਿਬ ਆ, ਇਹਨਾਂ ਨਾਲ ਮੇਰੀ ਕੱਲ ਹੀ ਇਸ ਸੰਬੰਧੀ ਨਾਲ ਗੱਲਬਾਤ ਵੀ ਹੋ ਰਹੀ ਸੀ, ਔਰ ਉਹਨਾਂ ਦੇ ਕੋਲ ਬੈਠੇ ਵੀ ਸੀਗੇ ਜੀ। ਤੇ ਦੇਖੋ ਜੀ, ਸ਼ਹਿਰ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਨਾ ਇਸ ਟਾਈਮ ਸਭ ਤੋਂ ਬਰਨਿੰਗ ਇਸ਼ੂ ਹੈ ਜੀ। ਸਰਕਾਰਾਂ ਬਦਲ ਜਾਂਦੀਆਂ ਜੀ, ਇਹ ਇਸ਼ੂ ਸਟਿਲ ਉੱਥੇ ਦਾ ਉੱਥੇ, ਇਹ ਸਟਿਲ ਉੱਥੇ ਦਾ ਉੱਥੇ ਆ। ਇਹਦੇ ਵਿੱਚ ਨਾ ਜੀ ਕੁਝ ਸਾਡੀਆਂ ਵੀ ਗਲਤੀਆਂ ਜੀ। ਮੈਂ ਆਪਣੇ ਦੁਕਾਨਦਾਰ ਵੀਰ ਜਿਹੜੇ ਆ ਭਰਾ ਸਾਡੇ ਸਮਾਨ ਬਾਹਰ ਰੱਖ ਲੈਂਦੇ ਆ ਜੀ। ਜੇ ਥੋੜਾ ਜਿਹਾ ਆਪਾਂ ਵੀ ਐਡਜਸਟ ਕਰੀਏ, ਦੇਖੋ ਸਾਡੇ ਕੋਲ 2 ਡੇਰੇ ਨੇ ਜੀ, ਦਰਬਾਰ ਨੇ, ਐਤਵਾਰ ਤੇ ਵੀਰਵਾਰ ਬੜਾ ਰਸ਼ ਹੁੰਦਾ ਜੀ, ਬਹੁਤ ਜ਼ਿਆਦਾ ਰਸ਼, ਆਊਟਸਾਈਡਰ ਬੜੇ, ਆਪਾਂ ਗੱਡੀ ਨਹੀਂ ਕੱਢ ਸਕਦੇ। ਆਪਾਂ ਡੇਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ, ਉਹਨਾਂ ਦੇ ਵਲੰਟੀਅਰਸ ਆਉਣ। ਦੇਖੋ ਜੀ, ਪੁਲਿਸ ਦੀ ਘਾਟ ਆ, ਪੁਲਿਸ ਇੰਨਾ ਜ਼ਿਆਦਾ ਜਿਹੜਾ ਨਾ ਨਫਰੀ ਨਹੀਂ ਕਰ ਸਕਦੀ। ਇਹ ਸੱਚਾਈ ਗੱਲ ਹੈ, 1 ਦਿਨ ਕਰ ਲਓਗੇ, 2 ਦਿਨ ਕਰ ਲਓਗੇ, ਇਹ ਆਪਾਂ ਨੂੰ ਰਲ ਮਿਲ ਕੇ ਹੀ ਕਰਨਾ ਪੈਣਾ। ਟ੍ਰੈਫਿਕ ਜਿਹੜੀ ਆ ਬਰਨਿੰਗ ਇਸ਼ੂ ਆ ਜੀ, ਇਹਦੇ ਵਿੱਚ ਬਹੁਤ ਚੀਜ਼ਾਂ ਨੇ ਜੀ। ਹੁਣ ਸਾਡੀ ਯੈਲੋ ਲਾਈਨ ਆ, ਨਗਰ ਕੌਂਸਲ ਨੇ ਲਾਈ, ਉਹ ਵੀ ਗਲਤ ਲਾਈ ਹੋਈ ਹੈ ਜੀ, ਉਹ ਵੀ ਗਲਤ ਲਾਈ, ਡਿਫੈਕਟਡ ਆ ਜੀ। ਹੁਣ ਕੋਈ ਇੱਕ ਸਿਰਾ ਫੜ ਲਓ ਜੀ, ਸਾਰੇ ਗਲਤ ਹੈ ਜੀ। ਸੋ ਜੀ, ਅੱਜ ਮੁਲਾਕਾਤ ਹੋ ਰਹੀ ਹੈ ਜੀ ਐਡਵੋਕੇਟ ਜਗਦੀਪ ਸਿੰਘ ਮਾਨ ਹੋਰਾਂ ਦੇ ਨਾਲ, ਔਰ ਮੈਂ ਇਹ ਗੱਲ ਪੂਰੇ ਫਖਰ ਦੇ ਨਾਲ ਕਹਿ ਸਕਦਾ ਵੀ ਭਾਜੀ ਉਹਨੇ ਸਾਡੇ ਸ਼ਹਿਰ ਨਕੋਦਰ ਸ਼ਹਿਰ ਦੇ ਮਾਨ ਨੇ, ਪ੍ਰਾਈਡ ਆਫ ਨਕੋਦਰ। ਅੱਛਾ ਸਰ, ਤੁਹਾਡੇ ਨਾਲ ਕੋਈ ਆਮ ਇਨਸਾਨ ਜੁੜਨਾ ਚਾਹਵੇ ਸਾਡੇ ਚੈਨਲ ਦੇ ਜ਼ਰੀਏ, ਤੁਸੀਂ ਆਪਣਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਸਕਦੇ ਹੋ ਜੀ? ਬਿਲਕੁਲ ਪਲੀਜ਼। ਮੇਰਾ ਨੰਬਰ ਹੈਗਾ ਜੀ 9815 98158 09697 09697 ਜੀ। ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ, ਕਿਸੇ ਨੂੰ ਕੋਈ ਸਮੱਸਿਆ ਕੁਝ ਵੀ ਹੈ, ਜਿੰਨੀ ਕੁ ਮੈਂ ਹੈਲਪ ਕਰ ਸਕਦਾ ਜੀ, ਮੈਂ ਵੈਸੇ ਵੀ ਕਰਦਾ ਜੀ। ਮੈਂ ਵੈਸੇ ਵੀ ਕਰਦਾ, ਕਿਸੇ ਦੀ ਕੋਈ ਗਲੀ 'ਚ ਸਮੱਸਿਆ, ਕਿਸੇ ਦੀ ਕੋਈ ਪ੍ਰੋਬਲਮ ਆ, ਵੈਸੇ ਵੀ ਕੋਸ਼ਿਸ਼ ਕਰੀਦੀ। ਦੇਖੋ, ਮੈਂ ਵੀ ਵਕੀਲ ਆ, ਮੈਨੂੰ ਵੀ ਕੋਰਟ ਜਾਣਾ ਪੈਣਾ ਜੀ, ਮੈਂ ਕੰਮ ਵੀ ਕਰਦਾ, ਜਿੰਨੀ ਕਰ ਸਕਦਾ ਜੀ। ਜੇ ਈਓ ਨੂੰ ਕਹਿਣਾ, ਨਗਰ ਕੌਂਸਲ ਕਹਿਣਾ, ਵੱਧ ਤੋਂ ਵੱਧ ਕਹਿ ਸਕਦਾ ਜੀ। ਅੱਛਾ ਮਾਨ ਸਾਹਿਬ, ਜਿੱਦਾਂ ਅੱਜ ਕੱਲ ਬਹੁਤ ਸਾਰੀਆਂ ਐਨਜੀਓਜ਼ ਬਣੀਆਂ ਹੋਈਆਂ, ਰੋਟਰੀ ਕਲੱਬ, ਲਾਇਨਸ ਕਲੱਬ, ਬਹੁਤ ਸਾਰੀਆਂ ਐਨਜੀਓਜ਼ ਆ ਜੀ। ਤੇ ਕਦੀ ਆਇਆ ਮਾਈਂਡ ਵਿੱਚ ਵੀ ਮੈਂ ਵੀ ਇੱਕ ਐਨਜੀਓ ਦਾ ਨਾਮ ਕ੍ਰੀਏਟ ਕਰਾਂ ਤੇ ਆਪਣੇ ਨਾਲ ਜੋੜਾਂ ਵੱਧ ਤੋਂ ਵੱਧ ਮੈਂਬਰ? ਮੈਂ ਵਿਕਾਸ ਜੀ ਇੱਥੇ ਨਾ ਐਨਜੀਓਜ਼ ਤੇ ਥੋੜਾ ਜਿਹਾ ਇੱਕ ਕਟਾਕਸ਼ ਕਰਦਾ ਜੀ। ਐਕਚੁਅਲੀ ਵਿੱਚ ਨਾ ਐਨਜੀਓਜ਼ ਮੈਂ ਮੰਨਦਾ ਕੰਮ ਠੀਕ ਕਰ ਰਹੀਆਂ ਜੀ, ਬਟ ਕੰਮ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਫੋਟੋ ਖਿਚਵਾ ਲਵਾਂ, ਮੈਂ 2 ਰੁੱਖ ਲਾਏ ਆ ਤੇ ਮੈਂ ਸਾਰੇ ਸ਼ਹਿਰ ਨੂੰ ਫੋਟੋਆਂ ਦਿਖਾਉਣੀਆਂ ਕਿ ਮੈਂ ਯਾਰ ਪਤਾ ਨਹੀਂ ਕੀ ਕਰ ਲਿਆ। ਤੁਸੀਂ ਕੰਮ ਕਰਨਾ ਨਾ ਤੇ ਫੇਮ ਛੱਡਣਾ ਪੈਣਾ ਜੀ, ਫੇਮ ਛੱਡਣਾ ਪੈਣਾ। ਕੰਮ ਹੋ ਰਿਹਾ ਕਿਹਦੇ ਜ਼ਰੀਏ ਹੋ ਰਿਹਾ ਇਹ ਜ਼ਰੂਰੀ ਨਹੀਂ ਹੈਗਾ ਜੀ। ਕੰਮ ਜਿਹੜਾ ਨਾ ਉਹ ਕਿਹਦੇ ਜ਼ਰੀਏ ਹੋ ਰਿਹਾ ਇਹ ਜ਼ਰੂਰੀ ਨਹੀਂ, ਕੰਮ ਹੋਣਾ ਜ਼ਰੂਰੀ ਚਾਹੀਦੀ, ਕੰਮ ਹੋਣਾ ਜ਼ਰੂਰੀ ਚਾਹੀਦਾ ਜੀ। ਤੇ ਇਹ ਜਿਹੜੀਆਂ ਸਾਡੀਆਂ ਇੱਥੇ ਸ਼ਹਿਰ ਦੇ ਵਿੱਚ, ਮੈਂ ਨਾਮ ਨਹੀਂ ਲੈਣਾ ਜੀ ਕਿਸੇ ਦਾ, ਬਟ ਮੋਸਟ ਆਫ ਦਾ ਜਿਹੜੀਆਂ ਐਨਜੀਓਜ਼ ਨਾ ਜੀ, ਉਹ ਸਿਰਫ ਫੋਟੋ ਕਲਚਰ ਹੈ ਜੀ। ਸਿਵਲ ਹਸਪੀਟਲ ਜਾਣਾ ਹੈ, ਆਪਾਂ ਇੱਕ ਗਲਾਸ ਦੁੱਧ ਦਾ ਲੈਣਾ ਹੈ ਤੇ ਆਪਾਂ ਇੱਕ ਰੋਗੀ ਨੂੰ ਪਿਆਉਂਦੇ ਆ, ਤਾਂ ਆਪਾਂ ਸਾਰੇ ਸ਼ਹਿਰ ਦੇ ਵਿੱਚ ਉਸ ਚੀਜ਼ ਦੀ ਇੱਕ ਮੁਨਾਦੀ ਕਰਾਉਣੀ ਹੈ ਕਿ ਵੀ ਮੈਂ ਪਤਾ ਨਹੀਂ ਕੀ ਕੀਤਾ। ਜੇ ਮੈਂ ਡੋਨੇਸ਼ਨ ਕੀਤੀ, ਡੋਨੇਸ਼ਨ ਤਾਂ ਦਾਨ ਤਾਂ ਗੁਪਤ ਹੁੰਦਾ ਜੀ, ਦਾਨ ਗੁਪਤ ਹੁੰਦਾ। ਇੱਕ ਹੱਥ ਨੇ ਦਾਨ ਦਿੱਤਾ, ਦੂਜੇ ਨੂੰ ਪਤਾ ਨਹੀਂ ਲੱਗੇ ਜੀ। ਤੇ ਮੈਂ ਐਨਜੀਓਜ਼ ਦਾ ਜਿਹੜਾ ਕਲਚਰ ਆ ਨਾ, ਫੋਟੋ ਕਲਚਰ ਆ, ਇਹ ਗਲਤ ਆ ਜੀ। ਤੁਸੀਂ ਕੰਮ ਕਰਦੇ, ਕੰਮ ਕਰੀ ਜਾਓ, ਉਹ ਜਿੰਨਾ ਵੱਧ ਤੋਂ ਵੱਧ ਡੋਨੇਸ਼ਨ ਕਰ ਸਕਦੇ ਆ ਕਰੋ, ਚੰਗੀ ਗੱਲ। ਬਟ ਆ ਫੋਟੋ ਕਲਚਰ ਜਿਹੜਾ ਨਾ, ਇੱਕ ਆਪਾਂ ਉਹਨਾਂ ਨੂੰ ਵੀ ਭੰਡੀਏ। ਜੇ ਮੈਂ ਕਿਸੇ ਨੂੰ ਕੋਈ ਡੋਨੇਸ਼ਨ ਕਰਦਾ, ਮੈਂ ਉਹਦੀ ਫੋਟੋ ਪਾ ਕੇ ਸਾਰੇ ਦਿਖਾ ਰਿਹਾ, ਤੇ ਮੈਂ ਉਹਨੂੰ ਕਿਉਂ ਸੋਸ਼ਲੀ ਉਹਨੂੰ ਕਰੈਕਟਰ ਅਸੈਸੀਨੇਸ਼ਨ ਉਹਦਾ ਕਰਨਾ ਜੀ? ਬਿਲਕੁਲ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਸਰ ਜੀ। ਅੱਛਾ ਮਾਨ ਸਾਹਿਬ, ਹੁਣ ਗੱਲ ਫੈਮਿਲੀ ਦੀ ਹੈ, ਕਿਉਂਕਿ ਤੁਸੀਂ ਕਿਹਾ ਮੇਰੀ ਫੈਮਿਲੀ ਫਰੀडम ਫਾਈਟਰ ਸਾਡੀ ਬੈਕਗ੍ਰਾਉਂਡ ਹੈ ਜੀ। ਸਟਰੈਂਥ ਹੁੰਦੀ ਹੈ ਫੈਮਿਲੀ, ਹਰ ਇੱਕ ਇਨਸਾਨ ਦੀ ਤਾਕਤ ਹੁੰਦੀ ਹੈ। ਬਿਲਕੁਲ ਜੀ, ਤੁਹਾਡੀ ਤਾਕਤ ਵੀ ਤੁਹਾਡੀ ਫੈਮਿਲੀ ਜੀ। ਬਿਲਕੁਲ। ਤੇ ਤੁਹਾਡੇ ਲਾਈਫ ਪਾਰਟਨਰ ਵੱਲੋਂ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਰਹਿੰਦਾ ਸੀ ਜੀ? ਬਿਲਕੁਲ ਐਡਜਸਟਮੈਂਟ ਕਰਨੀ ਪੈਂਦੀ ਹੈ ਜੀ। ਸਮ ਟਾਈਮ ਕੰਮ ਦੇ ਵਿੱਚ ਬਹੁਤ ਸਮਾਂ ਲੰਘ ਜਾਂਦਾ ਜੀ, ਤੇ ਘਰ ਕਈ ਵਾਰ ਟਾਈਮ ਨਹੀਂ ਦੇ ਪਾਉਂਦੇ ਜੀ, ਬਟ ਫਿਰ ਵੀ ਮੈਂ ਕਹੂੰਗਾ ਮੇਰੀ ਲਾਈਫ ਪਾਰਟਨਰ ਜਿਹੜੀ ਆ ਉਹ ਬੜਾ ਏਸੀ ਤੇ ਉਹਦਾ ਬੜਾ ਸਾਥ ਆ, ਬੜਾ ਕੰਟਰੀਬਿਊਸ਼ਨ ਆ ਮੈਂ ਕਹੂੰਗਾ। ਕਿਉਂਕਿ ਇਨਸਾਨ ਜਿਹੜਾ ਨਾ ਜੀ, ਉਹ ਇਕੱਲਾ ਕੁਝ ਨਹੀਂ ਹੁੰਦਾ। ਤੇ ਜੇ ਆਪਾਂ ਬੈਟਰ ਹਾਫ ਲਫ਼ਜ਼ ਜੇ ਕਹਿੰਦੇ ਆ ਤਾਂ ਬੈਟਰ ਹਾਫ ਮਤਲਬ ਹੀ ਇਹਦਾ ਬੈਟਰ ਹਾਫ ਬੰਦਾ ਅੱਧਾ ਜੀ, ਬਿਲਕੁਲ, ਮਤਲਬ ਬੈਟਰ ਫੁੱਲ ਕਹਿ ਸਕਦੇ, ਬੈਟਰ ਫੁੱਲ ਕਹਿ ਸਕਦੇ ਜੀ ਜੀ। ਅੱਛਾ ਸਰ, ਤੁਹਾਡੀ ਪਰਸਨਲ ਲਾਈਫ ਵੀ ਦੇ ਬਾਰੇ ਵੀ ਸਾਨੂੰ ਪਤਾ ਲੱਗਾ, ਪ੍ਰੋਫੈਸ਼ਨਲ ਲਾਈਫ ਵੀ, ਸੋਸ਼ਲ ਲਾਈਫ ਵੀ ਜੀ। ਤੁਹਾਨੂੰ ਕੋਈ ਕਦੀ ਆਂਦਾ ਅਨਬੈਲੈਂਸ ਹੋ ਗਿਆ ਜਾਂ ਬੈਲੈਂਸ ਵੱਜ ਜਾਂਦਾ ਪੂਰੀ ਤਰ੍ਹਾਂ? ਵਿਕਾਸ ਜੀ ਬਣਾਉਣਾ ਪੈਂਦਾ ਜੀ। ਫਸਟਲੀ ਪਹਿਲਾਂ ਥੋੜਾ ਜਿਹਾ ਦਿੱਕਤ ਆਉਂਦੀ ਹੈ, ਤੁਸੀਂ ਕੋਰਟ ਦਾ ਕੰਮ ਤੇ ਸਟ੍ਰੈਸ ਵਾਲਾ ਬਹੁਤ ਕੰਮ ਆ ਜੀ ਸਾਡਾ, ਤੇ ਫਿਰ ਅਸੀਂ ਸੋਸ਼ਲੀ ਕੰਮ ਕਰਦੇ ਹਾਂ, ਬਟ ਹੌਲੀ ਹੌਲੀ ਫਿਰ ਨਾ ਜੀ ਐਡਜਸਟਮੈਂਟ ਹੋ ਜਾਂਦੀ ਹੈ। ਓਕੇ, ਰੈਗੂਲਰ ਪ੍ਰੈਕਟਿਸ ਕਰਦੇ ਹਾਂ ਹੋ ਜਾਂਦੀ ਹੈ।
ਹੋ ਜਾਂਦੀ ਹੈ। ਸੋ ਜੀ ਵਿਸ਼ਵ ਬਾਣੀ ਚੈਨਲ ਦੇ ਉੱਪਰ ਤੁਸੀਂ ਇੰਜੋਏ ਕਰ ਰਹੇ ਹੋ ਜੀ ਸ਼ੋਅ ਸਾਡਾ, ਕੁਝ ਤੇਰੀਆਂ ਕੁਝ ਮੇਰੀਆਂ, ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮੈਨੂੰ ਮਿਲਦਾ ਪਿਆ, ਤੁਹਾਨੂੰ ਵੀ ਮਿਲਦਾ ਹੋਵੇਗਾ, ਕਿਉਂਕਿ ਨਕੋਦਰ ਸ਼ਹਿਰ ਦੇ ਵੈਲ ਵਿਸ਼ਰ ਨੇ ਐਡਵੋਕੇਟ ਜਗਦੀਪ ਸਿੰਘ ਮਾਨ ਜੀ। ਅੱਛਾ ਸਰ, ਤੁਹਾਡਾ ਜੋ ਵੀ ਵਿਜ਼ਨ ਹੈ, ਜੋ ਵੀ ਤੁਹਾਡਾ ਮਕਸਦ ਹੈ ਲਾਈਫ ਦਾ, ਔਰ ਜੋ ਹੁਣ ਤੱਕ ਤੁਸੀਂ ਸੋਚਿਆ, ਜੋ ਮੈਂ ਸੁਣਿਆ ਤੁਹਾਡੇ ਕੋਲੋਂ, ਕੁੱਲ ਮਿਲਾ ਕੇ ਜੇ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ, ਕਿਉਂਕਿ ਉਹਨਾਂ ਦਾ ਵਿਜ਼ਨ ਵੀ ਇਹੀ ਹੈ ਲਗਭਗ ਵੀ ਹਰ ਸ਼ਹਿਰ ਦੇ ਵਿੱਚੋਂ, ਹਰ ਦਫ਼ਤਰ ਦੇ ਵਿੱਚੋਂ ਅਸੀਂ ਕਰਪਸ਼ਨ ਖਤਮ ਕਰੀਏ, ਐਜੂਕੇਸ਼ਨ ਮੈਡੀਕਲ ਦਾ ਢਾਂਚਾ ਸੁਧਾਰੀਏ। ਸੋ ਤੁਸੀਂ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ, ਸੋ ਉਹਨਾਂ ਦੀਆਂ ਨੀਤੀਆਂ ਨੂੰ ਕਿੱਦਾਂ ਦੇਖਦੇ ਹੋ? ਮੈਂ ਵਿਕਾਸ ਜੀ, ਜਿਹੜਾ ਤੁਹਾਡਾ ਸਵਾਲ ਹੈ ਨਾ, ਉਹਨੂੰ ਆਪਾਂ ਥੋੜਾ ਜਿਹਾ ਨਾ ਸ਼ੁਰੂਆਤ ਤੋਂ ਲੈ ਕੇ ਚੱਲਦੇ ਹਾਂ। ਹਾਂਜੀ। ਹੋਇਆ ਕੀ ਵਿਕਾਸ ਜੀ, ਇੱਕ ਆਮ ਬੰਦਾ ਨਾ ਕਿਸੇ ਵੀ ਦਫ਼ਤਰ ਜਾਂਦਾ, ਚਾਹੇ ਉਹ ਥਾਣੇ ਜਾਂਦਾ, ਨਗਰ ਕੌਂਸਲ ਜਾਂਦਾ, ਰੈਵਨਿਊ ਪਟਵਾਰਖਾਨੇ ਜਾਂਦਾ, ਕਿਤੇ ਵੀ ਜਾਂਦਾ ਸਰਕਾਰੀ ਦਫ਼ਤਰ ਜੀ, ਉਹ ਉਸ ਬੰਦੇ ਨੇ ਆਪਣਾ ਲੀਗਲੀ ਕੰਮ ਕਰਵਾਉਣਾ ਹੁੰਦਾ, ਉਹਨੂੰ ਧੱਕੇ ਮਾਰੇ ਜਾਂਦੇ, ਉਹਨੂੰ ਖਰਾਬ ਕੀਤਾ ਜਾਂਦਾ, ਉਹਨੂੰ ਬਾਹਰ ਕੱਢਿਆ ਜਾਂਦਾ, ਉਹਦਾ ਕੰਮ ਨੂੰ ਅਟਕਾਇਆ ਜਾਂਦਾ, ਫਿਰ ਗਾਂ ਅੱਗੇ ਆ ਜਾਂਦਾ ਜੀ, ਉਹਨੂੰ ਰਿਸ਼ਵਤ ਮੰਗਣਾ, ਉਹ ਅਲੱਗ ਮਸਲਾ ਕਰਦਾ। ਯਾਨੀ ਕਿ ਇੱਕ ਆਮ ਬੰਦੇ ਦੀ ਡਾਇਰੈਕਟ ਅਪਰੋਚ ਨਹੀਂ ਹੈ, ਬਹੁਤ ਵੱਡੀ, ਜਿਹਨੂੰ ਮੈਂ ਕਹਿ ਸਕਦਾ ਦੁਰਗਤੀ, ਇੱਕ ਦੁਰਗਤੀ ਹੁੰਦੀ ਜੀ। ਅੱਛਾ ਜੀ, ਉਸ ਚੀਜ਼ ਦੇ ਵਿੱਚ ਆ ਗਏ, ਜਿਹੜਾ ਆਮ ਬੰਦਾ ਹੈ ਜਾਂ ਜਿਹਦੀ ਆਪਾਂ ਗੱਲ, ਜਿਹੜਾ ਟੈਕਸ ਪੇਅਰ ਹੈ, ਉਹ ਤਾਂ ਜੇ ਦੇਖਿਆ ਜਾਵੇ ਮਾਲਕ, ਉਹ ਬੰਦਾ ਦਾ ਮਾਲਕ ਆ, ਜਿਹੜਾ ਦਫ਼ਤਰ ਕੰਮ ਕਰਵਾਉਣ ਜਾਂਦਾ ਪਿਆ ਉਹ ਤਾਂ ਮਾਲਕ ਹੈ। ਬਿਲਕੁਲ। ਜਿਹੜਾ ਬੰਦਾ ਚੇਅਰ ਤੇ ਬੈਠਾ ਹੈ, ਚਾਹੇ ਉਹ IAS ਜਾਂ IPS ਕੋਈ ਵੀ ਅਧਿਕਾਰੀ, ਚਾਹੇ ਉਹ ਕੋਈ ਹੇਠਲਾ ਅਧਿਕਾਰੀ ਹੈ, ਉਹਦਾ ਇੱਕ ਇੰਪਲੋਈ ਹੈ, ਉਹਦੇ ਟੈਕਸ ਪੇ ਦੇ ਵਿੱਚ ਜਿਹੜੀ ਅਮਾਊਂਟ ਆ, ਉਹਦੇ ਵਿੱਚੋਂ ਉਹਨੂੰ ਤਨਖਾਹ ਮਿਲਦੀ ਹੈ। ਔਰ ਜਿਹੜਾ ਮਾਲਕ ਆ ਉਹ ਦਾਸ ਬਣ ਗਿਆ ਜੀ। ਔਰ ਜਿਹੜਾ ਪਬਲਿਕ ਸਰਵੈਂਟ, ਜਿਹਨੂੰ ਆਪਾਂ ਸਰਵੈਂਟ ਪੰਜਾਬੀ 'ਚ ਕੀ ਤਾਂ ਨੌਕਰ ਹੁੰਦਾ, ਜਿਹੜਾ ਨੌਕਰ ਆ ਉਹ ਮਾਲਕ ਦੇ ਨਾਲ ਇਦਾਂ ਦਾ ਬਿਹੇਵ ਕਰ ਰਿਹਾ। ਇਹ ਚੀਜ਼ ਜਿੰਨੀ ਦੇਰ ਤੱਕ ਨਾ ਇਹ ਚੀਜ਼ ਖਤਮ ਨਹੀਂ ਹੁੰਦੀ, ਇਹੀ ਮੇਰਾ ਵੀ ਵਿਜ਼ਨ ਇਹੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਅਫਸਰਸ਼ਾਹੀ, ਲਾਲ ਫਿੱਤਾਸ਼ਾਹੀ, ਇਹ ਖਤਮ ਹੋਵੇ। ਐਂਡ ਆਫ ਦਾ ਡੇ ਜੇ ਆਪਾਂ ਚੱਲੇ ਆ ਤਾਂ ਵਿਜ਼ਨ ਇਹੀ ਹੈ। ਔਰ ਫਿਰ ਆ ਗਈ ਗੱਲ ਜੀ ਮੌਜੂਦਾ ਸਰਕਾਰ। ਦੇਖੋ, ਮੌਜੂਦਾ ਸਰਕਾਰ ਨੇ ਬਹੁਤ ਸਾਰੇ ਜਿਹੜੇ ਕਦਮ ਚੰਗੇ ਚੁੱਕੇ ਆ। ਦੂਜੀ ਗੱਲ, ਸਮਾਂ ਬਹੁਤ ਖਰਾਬ ਹੈ। ਆਪਾਂ ਸਰਕਾਰ ਨੂੰ ਹੁਣੇ ਜੱਜ ਨਹੀਂ ਕਰ ਸਕਦੇ। ਕਈ ਬੰਦੇ ਕਹਿਣਗੇ ਜੀ ਕੀ ਬਦਲਾਅ ਹੋ ਗਿਆ। ਮੈਂ ਨਹੀਂ ਕਹਿੰਦਾ ਬਦਲਾਅ ਇੱਕ ਦਿਨ 'ਚ ਨਹੀਂ ਹੁੰਦਾ, ਬਦਲਾਅ 90 ਦਿਨਾਂ 'ਚ ਨਹੀਂ ਹੁੰਦਾ, 6 ਮਹੀਨਿਆਂ 'ਚ ਨਹੀਂ ਹੁੰਦਾ, ਟਾਈਮ ਲੱਗਦਾ। ਜੇ ਆਪਾਂ ਬਾਕੀ ਸਰਕਾਰਾਂ ਨੂੰ ਸਮਾਂ ਦਿੱਤਾ ਨਾ, ਆਪਾਂ ਇਸ ਸਰਕਾਰ ਨੂੰ ਵੀ ਪਲੱਸ ਮਾਈਨਸ ਕਰਾਂਗੇ ਜੀ, ਬਟ ਅਜੇ ਸਮਾਂ ਦੇਣਾ ਚਾਹੀਦਾ, ਅਜੇ ਉਹਨਾਂ ਨੂੰ ਕਰ ਦਿਓ। ਜਿਵੇਂ ਕਹਿੰਦੇ ਹੁੰਦੇ ਨਾ ਵੀ ਪਹਿਲਾ ਸਾਲ ਜਿਹੜਾ ਉਹ ਸਰਕਾਰਾਂ ਦਾ ਹਨੀਮੂਨ ਪੀਰੀਅਡ ਹੁੰਦਾ ਹੈ, ਤੇ ਉਹਨਾਂ ਨੂੰ ਜਵਾਈ ਖਾਂਦੇ ਆ, ਅਜੇ ਹਨੀਮੂਨ ਪੀਰੀਅਡ ਹੈ, ਉਹ ਇਹਨਾਂ ਦੀ ਜਮ੍ਹਾਂ ਘਟਾਓ ਜਿਹੜੀ ਹੈ ਉਹ ਵੀ ਕਰਾਂਗੇ, ਪਰ ਪਹਿਲਾਂ ਇਹਨਾਂ ਨੂੰ ਸਮਾਂ ਦਿਓ, ਓਪਨਲੀ ਕੰਮ ਕਰਨ ਦਿਓ। ਜੀ ਜੀ, ਬਿਲਕੁਲ ਸਹੀ ਜੀ। ਅੱਛਾ ਮਾਨ ਸਾਹਿਬ, ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਕਿਉਂਕਿ ਸਮਾਂ ਵੀ ਥੋੜਾ ਸਾਡੇ ਕੋਲ, ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ, ਖਾਸ ਤੌਰ ਤੇ ਨਕੋਦਰ ਸ਼ਹਿਰ ਵਾਸੀਆਂ ਵਾਸਤੇ ਕੋਈ ਐਸਾ ਮੈਸੇਜ ਜਿਹੜਾ ਉਹਨਾਂ ਦੇ ਬਹੁਤ ਲਾਹੇਵੰਦ ਹੋਵੇ? ਮੈਂ ਸ਼ਹਿਰ ਵਾਸੀਆਂ ਨੂੰ ਇਹੀ ਗੱਲ ਕਹੂੰਗਾ ਜੀ, ਇੱਕੋ ਮੇਰੀ ਬੇਨਤੀ ਵੀ ਕਰੂੰ, ਔਰ ਇੱਕ ਮੈਂ ਸੁਝਾਅ ਵੀ ਦਊਂਗਾ। ਉਹ ਇਹ ਹੈ ਜੀ ਕਿ ਤੁਸੀਂ ਕੁਛ ਵੀ ਕਰਦੇ ਹੋ, ਕੋਈ ਕੰਮ ਕਰਦੇ ਹੋ, ਕੋਈ ਵੀ ਚੀਜ਼ ਕਰਦੇ ਹੋ, ਤੁਸੀਂ ਆਪਣਾ ਆਲਾ ਦੁਆਲਾ ਜ਼ਰੂਰ ਦੇਖੋ। ਤੁਸੀਂ ਆਪਾਂ ਜਦੋਂ ਨਗਰ ਕੌਂਸਲ 'ਚ ਆਪਾਂ ਨੂੰ ਕੋਈ ਕੰਮ ਪੈ ਜਾਂਦਾ, ਉਦੋਂ ਅਸੀਂ ਕਹਿੰਦੇ ਹਾਂ ਕਿ ਯਾਰ ਬੰਦੇ ਮਾੜੇ ਆ। ਆਪਾਂ ਨੂੰ SDM ਦਫ਼ਤਰ ਕੰਮ ਪੈ ਜਾਂਦਾ, ਫਿਰ ਆਪਾਂ ਕਹਿੰਦੇ ਜਸਟ ਅਵੇਅਰ ਹੋ। ਤੁਸੀਂ ਕੁਛ ਨਹੀਂ ਕਰ ਸਕਦੇ ਨਾ, ਆਪਣੇ MC ਨੂੰ ਠੀਕ ਸਵਾਲ ਕਰੋ। ਤੁਸੀਂ ਆਪਣੇ MC ਨੂੰ ਸਵਾਲ ਕਰੋ ਕਿ ਭਾਈ ਤੈਨੂੰ ਅਸੀਂ ਵੋਟ ਪਾਈ ਸੀ, ਵਾਹ ਅਸੀਂ ਕੀ ਕੰਮ ਕੀਤਾ। ਬਿਲਕੁਲ, ਮੈਂ ਅਗੇਨ ਕਹਿ ਰਿਹਾ ਜੀ, ਜਿਹੜੀ ਇਕਾਈ ਹੁੰਦੀ ਹੈ ਨਾ ਕੰਮ ਕਰਦੀ, ਪਿੰਡਾਂ ਵਿੱਚ ਹੁੰਦੀ ਗ੍ਰਾਮ ਪੰਚਾਇਤ, ਸਾਡੀ ਹੁੰਦੀ ਨਗਰ ਕੌਂਸਲ। ਜਦੋਂ ਆਪਾਂ ਨਗਰ ਕੌਂਸਲ ਨੂੰ MC ਨੂੰ ਸਵਾਲ ਕਰਦੇ ਹਾਂ, ਤਾਂ ਉਹਦੇ ਵਿੱਚ ਨਾ ਫਿਰ ਬਹੁਤ ਸਾਰੀ ਕਰਪਸ਼ਨ, ਬੜੀਆਂ ਚੀਜ਼ਾਂ ਜਿਹੜੀਆਂ ਨਾ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਚੀਜ਼ ਖਿਲਾਵੇ। ਅਲਟੀਮੇਟਲੀ ਜਦੋਂ ਆਪਾਂ ਸਾਰੇ ਹਰੇਕ ਘਰ ਦੇ ਵਿੱਚ ਇੱਕ ਇੱਕ ਆਵਾਜ਼ ਉੱਠੂਗੀ ਨਾ, ਤੇ ਆਪਣੇ ਆਪ ਹੀ ਨਕੋਦਰ ਸ਼ਹਿਰ ਕੀ ਸਵਾਲ ਸਾਰਾ ਸਮਾਨ ਖਤਮ ਹੋਣਾ। ਮਕਸਦ ਇਹੀ ਹੈ ਵੀ ਆਵਾਜ਼ ਉਠਾਉਣ ਵਾਲਾ ਵਾਈਫ ਹੋਵੇ। ਤੁਸੀਂ ਐਟਲੀਸਟ, ਮੈਂ ਨਹੀਂ ਕਹਿੰਦਾ ਸਾਰੇ ਸ਼ਹਿਰ ਦੀ ਵਾਈਫ ਹੋ, ਤੁਸੀਂ ਆਪਣੀ ਵਾਰਡ ਦੀ, ਆਪਣੀ ਗਲੀ ਦੀ, ਐਟਲੀਸਟ ਆਪਣੀ ਘਰ ਦੇ ਜਿਹੜਾ ਆਲਾ ਦੁਆਲਾ ਉਹਦੇ ਲਈ ਵਾਈਫ ਹੋ। ਤੁਹਾਡੀ ਗਲੀ ਦੇ ਵਿੱਚ ਕੋਈ ਸਮੱਸਿਆ, ਤੁਹਾਡੇ ਸੀਵਰ ਦੇ ਵਿੱਚ ਕੋਈ ਪ੍ਰੋਬਲਮ ਹੈ, ਸਵਾਲ ਕਰੋ, ਆਪਣੇ MC ਨੂੰ ਸਵਾਲ ਕਰੋ ਕਿ ਭਾਈ ਕਿਉਂ ਨਹੀਂ ਕੰਮ ਕਰ ਰਹੇ। ਬਿਲਕੁਲ ਬਿਲਕੁਲ, ਬਸ ਇਹੀ ਚੀਜ਼ ਹੈ ਜੀ ਕਿ ਜਦੋਂ ਇਹ ਅਵੇਅਰਨੈਸ ਆ ਗਈ ਨਾ ਮੇਰੀ ਲੋੜ ਪੈਣੀ, ਕਿਸੇ ਦੀ ਜ਼ਰੂਰਤ ਨਹੀਂ ਪੈਣੀ। ਜਿਹੜੀ ਚਿੰਗਾਰੀ ਤੁਸੀਂ ਲਗਾ ਦਿੱਤੀ ਹੈ, ਸੋ ਮੈਨੂੰ ਲੱਗਦਾ ਉਹਦਾ ਅਸਰ ਬਹੁਤ ਦੇਰ ਤੱਕ ਰਹੇਗਾ ਕਾਫੀ ਲੋਕਾਂ ਤੱਕ। ਜੀ, ਚੰਗੀ ਗੱਲ ਆ ਜੀ, ਇਦਾਂ ਬੋਲ ਕੇ ਮੈਂ ਵੀ ਸਮਝੂਗਾ ਮੇਰਾ ਬੋਲਿਆ ਜਿਹੜਾ ਕਿਸੇ ਕੰਮ ਆ ਜੂਗਾ। ਸੋ ਸਾਡੇ ਨਾਲ ਐਡਵੋਕੇਟ ਜਗਦੀਪ ਸਿੰਘ ਮਾਨ ਜੀ ਜੁੜੇ ਸੀਗੇ ਇਸ ਸ਼ੋਅ ਦੇ ਵਿੱਚ, ਔਰ ਯਕੀਨ ਮੰਨਿਓ ਬਹੁਤ ਵਧੀਆ ਲੱਗਾ ਇਹਨਾਂ ਨਾਲ ਗੱਲਾਂ ਪਤਾ ਕਰਕੇ, ਔਰ ਕੁੱਲ ਮਿਲਾ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਮੈਨੂੰ ਵੀ। ਸੋ ਮੈਂ ਜਾਂਦੇ ਹੋਏ ਐਡਵੋਕੇਟ ਜਗਦੀਪ ਸਿੰਘ ਮਾਨ ਹੋਰਾਂ ਨੂੰ ਇੱਕ ਵਾਰ ਫੇਰ ਬੇਨਤੀ ਕਰਾਂਗਾ
ਬਈ ਤੁਸੀਂ ਆਪਣਾ ਨੰਬਰ ਇੱਕ ਵਾਰ ਪੰਜਾਬੀ ਦੇ ਵਿੱਚ ਦੁਬਾਰਾ ਜ਼ਰੂਰ ਜੀ ਮੇਰਾ ਨੰਬਰ ਹੈਗਾ ਜੀ 98158 09697 ਜੀ ਇਹ ਮੇਰਾ ਨੰਬਰ ਹੈ। ਸੋ ਜੀ ਤੁਹਾਨੂੰ ਕੋਈ ਵੀ ਦਿੱਕਤ ਹੋਵੇ, ਕੋਈ ਵੀ ਪਰੇਸ਼ਾਨੀ ਹੋਵੇ, ਤੁਸੀਂ ਬੇਝਿਜਕ ਫੋਨ ਕਰ ਸਕਦੇ ਹੋ ਔਰ 24 ਘੰਟੇ ਭਾਜੀ ਉਹਨਾਂ ਦਾ ਫੋਨ ਔਨ। ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਧੰਨਵਾਦ। ਸੋ ਦੇਖਦੇ ਰਹੋ ਜੀ ਵਿਸ਼ਵ ਬਾਣੀ ਚੈਨਲ, ਤੁਹਾਡਾ ਆਪਣਾ ਸ਼ੋਅ, ਕੁਝ ਤੇਰੀਆਂ ਕੁਝ ਮੇਰੀਆਂ, ਆਪਣੇ ਦੋਸਤ ਵਿਕਾਸ ਮੋਂਗੀਆ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।